सतनाम। श्री वाहिगुरु साहिब जीओ। एक ओंकार सतनाम। करता पुरख निरभौ निर्वैर अकाल मूरत अजूनी सैभं। गुर प्रसाद जप आद सच जुगाद सच है भी सच। नानक होसी भी सच। बाणी गुरु गुरु है बाणी विच बाणी अमृत सारे। गुरबाणी कह सेवक जन मानै। परतख गुरु निस्तारे। रतन रतन पदारथ बहु सागर भरिया राम। बाणी गुरबाणी लागे तिन हथ चढ़िया राम। कहा बुद्ध प्रभ तुच्छ हमारी। बरन सकै महिमा जो तिहारी। हम न सकत कर सिफत तुम्हारी। आप लेहो तुम कथा सुधारी। हम न सकत कर सिफत तुम्हारी। आप लेहो तुम कथा सुधारी। सतनाम। श्री वाहिगुरु साहिब जीओ। नन्ना निस दिन निरखत जाई।
निरखत नैन रहे रतवाई। नन्ना निस दिन निरखत जाई। वाहिगुरु जी का खालसा वाहिगुरु जी की फतेह। परम सन्मानयोग सतगुਰਾਂ ਦੀ ਸਾਜੀ ਅਤੇ ਨਿਵਾਜੀ गुरु प्यारी गुरु सवारी गुरु स्वरूप गुरु खालसा साध संगत जीओ। वड भागे हो पावन पवित्र सजे गुर दरबारां दियां हाजरियां भरदियां पावन ते निੱਘੀ गोद दा आनंद मान रहे हो। सजे हुए पावन पवित्र ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਅੰਮ੍ਰਿਤਮਈ ਕਥਾ ਵਿਚਾਰ ਦਾ ਸਮਾਂ ਹੋਇਆ। ਸਭ ਤੇ ਉੱਤਮ ਹਰ ਕੀ ਕਥਾ। ਨਾਮ ਸੁਨਤ ਦਰਦ ਦੁਖ ਲੱਥਾ। ਸਾਰੇ ਦਰਦ ਜਿਹੜੇ ਹੈ ਤੇ ਸਾਰੇ ਦੁੱਖ ਜਿਹੜੇ ਹੈ, ਸਾਰੇ ਦੁੱਖ ਤੇ ਦੁੱਖਾਂ ਦੀ ਜਿਹੜੀ ਦਰਦ ਹੈ, ਦੁੱਖਾਂ ਦੀ ਜਿਹੜੀ ਪੀੜ ਹੈ, ਉਹ ਲੱਥਾ ਮਾਇਨੇ ਲੈ ਜਾਂਦੀ ਹੈ, ਉਤਰ ਜਾਂਦੀ ਹੈ। ਇਹ ਅੰਮ੍ਰਿਤਮਈ ਹਰੀ ਪਰਮੇਸ਼ਰ ਦੀ ਜਿਹੜੀ ਕਥਾ ਹੈ ਉਹਨੂੰ ਸਰਵਣ ਕਰਨ ਦੇ ਨਾਲ, ਕਿਉਂਕਿ ਉਹ ਸਭ ਤੋਂ ਉੱਤਮ ਉੱਚੀ ਹੈ। ਹਰੀ ਦੀ ਕਥਾ, ਹਰੀ ਪਰਮੇਸ਼ਰ ਦੇ ਸੰਬੰਧੀ ਉਹਦੀ ਕੀਰਤੀ, ਉਹਦੀ ਮਹਿਮਾ ਵਾਲੇ ਬਚਨ ਬਿਲਾਸ ਜਿਹੜੇ ਹੈ ਉਹਨਾਂ ਨੂੰ ਕਹਿਣਾ ਸੁਣਨਾ, ਉਹਦਾ ਜਸ ਕਹਿਣਾ ਸੁਣਨਾ, ਇਹ ਹਰੀ ਦੀ ਕਥਾ ਹੈ। ਤਾਂ ਸਭ ਤੋਂ ਉੱਤਮ ਸਤਿਗੁਰਾਂ ਨੇ ਗੁਰਬਾਣੀ ਵਿੱਚ ਕਿਹਾ, ਤਾਂ ਵਡਭਾਗਿਓ ਸਤਸੰਗੀ ਜਨੋ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਦੇ ਲੜੀਵਾਰ ਪ੍ਰਵਾਹ ਚੱਲ ਰਹੇ ਹਨ। ਆਓ ਮਨੋਬਿਰਤੀਆਂ ਨੂੰ ਇਕਾਗਰ ਕਰੀਏ ਤੇ ਪਾਵਨ ਅੰਮ੍ਰਿਤਮਈ ਗੁਰਬਾਣੀ ਦੁਆਰਾ ਕਲਿਆਣਕਾਰੀ ਉਪਦੇਸ਼ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨੰਨਾ ਨਿਸ ਦਿਨ ਨਿਰਖਤ ਜਾਈ। ਨੰਨੇ ਅੱਖਰ ਦੁਆਰਾ ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਹੋਏ ਫਰਮਾ ਰਹੇ ਹਨ,
कि निस दिन निरखत जाई, निस मैने रात ते दिन निरखत जाई। ਜਿਹੜੇ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਪ੍ਰੇਮ ਦੇ ਵਿੱਚ ਭਿੱਜ ਕੇ ਗੁਰਮੁਖ ਸਤਸੰਗੀ ਜਗਿਆਸੂ ਅਧਿਕਾਰੀ ਜਨ ਵੇਖਦੇ ਹੋਏ ਮਗਨ ਹੋ ਜਾਂਦੇ ਹੈ। ਦਿਨ ਰਾਤ ਵੇਂਦੇ ਹੈ ਤੇ ਕਾਇਨਾਤ ਦੇ ਵਿੱਚੋਂ ਕਰਤੇ ਨੂੰ ਵੇਂਦੇ ਹੈ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ। ਉਹ ਕੁਦਰਤ ਕਰਕੇ ਸਾਰਿਆਂ ਵਿੱਚ ਵਸਿਆ ਹੈ। ਤੇ ਜੈਸੇ ਕੁਦਰਤ ਹੈ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਪਉਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ। ਸੋ ਕੁਦਰਤ ਕਰਕੇ ਸਾਰਿਆਂ ਵਿੱਚ ਵਸਿਆ ਹੋਇਆ ਹੈ। ਤਾਂ ਜਿਹੜੇ ਉਹਦੇ ਪ੍ਰੇਮ ਵਿੱਚ ਭਿੱਜ ਕੇ ਦਿਨ ਰਾਤ ਕੁਦਰਤ ਵਿੱਚ ਕਰਤੇ ਨੂੰ ਵੇਂਦੇ ਹੈ, ਪ੍ਰੇਮ ਵਿੱਚ ਭਿੱਜ ਕੇ ਉਹਨੂੰ ਨਿਰਖਤ ਨਾਮੇ ਵੇਖਦੇ ਹੋਏ ਮਗਨ ਹੋ ਜਾਂਦੇ ਐ। ਨਿਰਖਤ ਨੈਣ ਰਹੇ ਰਤ ਵਾਈ। ਨਿਰਖਤ, ਨਿਰਖਤ ਮਾਇਨੇ ਵੇਖਣਾ। ਤਾਂ ਉਹਨਾਂ ਦੇ ਵੇਖਦਿਆਂ ਵੇਖਦਿਆਂ ਹਰ ਵਿੱਚੋਂ ਕਰਤੇ ਨੂੰ ਉਹ ਵੇਂਦੇ ਹੈ। ਜੈਸੇ ਕਿ ਹੈ ਨਾ ਕਿ ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵੇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਹਰੀ ਦਾ ਰੂਪ ਹੈ ਜਿਹੜਾ ਦਿਖਾਈ ਦੇ ਰਿਹਾ ਹੈ ਨਾ। ਤਾਂ ਇਸ ਨੂੰ ਭਿੰਨ ਭਿੰਨ ਕਰਕੇ ਨਾ ਵੇਖ, ਵੱਖਰਿਆਂ ਵੱਖਰਿਆਂ ਕਰਕੇ ਨਾ ਵੇਖ ਕਿ ਇਹ ਮਨੁੱਖ ਹੈ, ਇਹ ਬ੍ਰਿਖਸ਼ ਹੈ, ਤੇ ਇਹ ਜਾਨਵਰ ਪਸ਼ੂ ਹੈ, ਤੇ ਇਹ ਪਕਸ਼ੀ ਹੈ, ਇਹ ਨਦੀਆਂ ਤੇ ਇਹ ਪਹਾੜ ਹੈ। ਇਹ ਭਿੰਨ ਭਿੰਨ ਕਰਕੇ ਨਾ ਵੇਖ, ਕਿਉਂਕਿ ਸਾਰਿਆਂ ਦੇ ਵਿੱਚ ਹਰੀ ਬੈਠਾ ਹੋਇਆ ਹੈ, ਸਾਰਿਆਂ ਦੇ ਵਿੱਚ। ਜਲੇ ਹਰੀ, ਥਲੇ ਹਰੀ, ਬਨੇ ਹਰੀ, ਗੁਫੇ ਹਰੀ, ਛਿਤੇ ਹਰੀ, ਨਭੇ ਹਰੀ, ਇਹਾਂ ਹਰੀ ਉਹਾਂ ਹਰੀ, ਸਭ ਥਾਂ ਤੇ ਉਹ ਆਪ ਵਿਆਪਕ ਹੈ, ਪਰਿਪੂਰਨ ਹੈ। ਇਸ ਵਾਸਤੇ ਉਸ ਨੂੰ ਨਿਰਖਤ ਵੇਖਣਾ ਕਰ, ਦ੍ਰਿਸ਼ਟੀ ਦੀ ਗਹਿਰਾਈ ਬਣਾ। ਤਾਂ ਸਾਰਿਆਂ ਦੇ ਵਿੱਚ ਹਰੀ ਨੂੰ ਵੇਖੇ, ਜਿਹੜੀ ਭਿੰਨਤਾ ਹੈ, ਜਿਹੜਾ ਵਖਰੇਵਾਂ ਹੈ ਕਿ ਇਹ ਗੁਰਮੁਖ ਹੈ, ਪਰ ਇਹ ਤਾਂ ਬੜਾ ਮਨਮੁਖ ਹੈ, ਇਹ ਤੇ ਬਹੁਤ ਵੱਡਾ ਪਾਪੀ ਹੈ, ਤੇ ਇਹ ਤੇ ਬੜਾ ਧਰਮਾਤਮਾ ਹੈ। ਤਾਂ ਇਹ ਜਿਹੜੀ ਭੇਦ ਦ੍ਰਿਸ਼ਟੀ ਹੈ, ਇਸ ਨੂੰ ਪਾਸੇ ਰੱਖ ਕੇ ਤਾਂ ਸਾਰੇ ਹੀ ਰੂਪਾਂ ਦੇ ਵਿੱਚੋਂ ਉਸ ਸਰੂਪ ਨੂੰ ਵੇਖਣਾ ਕਰ। ਇਹੋ ਵੇਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰੀ ਦਾ ਰੂਪ ਹੈ।
ਜਦ ਹਰੀ ਦਾ ਰੂਪ ਹੈ ਤੇ ਸਾਰਿਆਂ ਦੇ ਵਿੱਚ ਹਰੀ ਬੈਠਾ ਹੋਇਆ ਹੈ। ਤਾਂ ਜਿਹੜੇ ਪ੍ਰੇਮ ਵਿੱਚ ਭਿੱਜ ਕੇ ਹਰੀ ਨੂੰ ਹੀ ਵੇਂਹਦੇ ਹੈ, ਜਿੱਧਰ ਵੀ ਵੇਂਹਦੇ ਆ ਉਹਨਾਂ ਨੂੰ ਹਰੀ ਬਿਨਾਂ ਕੁਝ ਦਿਸਦਾ ਹੀ ਨਹੀਂ ਹੈ। ਜਿੱਧਰ ਵੀ ਤੱਕਦੇ ਹੈ ਉਹ ਪਰਮੇਸ਼ਰ ਨੂੰ ਹੀ ਵੇਂਹਦੇ ਹੈ। ਐਸੀ ਜਿਨ੍ਹਾਂ ਦੀ ਪ੍ਰੇਮ ਵਾਲੀ ਦ੍ਰਿਸ਼ਟੀ ਬਣ ਗਈ ਹੈ ਤੇ ਨਿਰਖਤ ਨੈਣ ਪ੍ਰੇਮ ਵਿੱਚ ਭਿੱਜ ਕੇ ਉਸ ਨੂੰ ਨਿਰਖਤ ਨੈਣ ਨੇਤਰਾਂ ਦੇ ਨਾਲ ਨਿਰਖਤ ਨਾਮੇ ਵੇਂਹਦੇ ਹੈ, ਰਹੇ ਰਤਵਾਈ। ਵੇਂਹਦਿਆਂ ਵੇਂਹਦਿਆਂ ਉਹਨਾਂ ਦੇ ਪ੍ਰਤੱਖਸ਼ ਨੇਤਰ ਅਥਵਾ ਮਨ ਬੁੱਧੀ ਰੂਪੀ ਨੇਤਰ ਜਿਹੜੇ ਹੈ ਉਹ ਰਤਵਾਈ ਮਾਇਨੇ ਪ੍ਰੇਮ ਦੀ ਲਾਲੀ ਵਾਲੇ ਹੋ ਜਾਂਦੇ। ਉਹਨਾਂ ਨੂੰ ਪ੍ਰੇਮ ਦੀ ਲਾਲੀ ਚੜ੍ਹ ਜਾਂਦੀ ਹੈ। ਜਿਵੇਂ ਅਮਲੀ ਹੁੰਦਾ ਹੈ ਤੇ ਜਿਸ ਵੇਲੇ ਉਹ ਅਮਲ ਖਾਂਦਾ ਹੈ ਤੇ ਉਹਦੇ ਨੇਤਰ ਲਾਲ ਹੋ ਜਾਂਦੇ ਹੈ। ਇਸ ਤਰ੍ਹਾਂ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਪ੍ਰੇਮ ਦਾ ਅਮਲ ਲੱਗਾ ਹੈ, ਜਿਨ੍ਹਾਂ ਨੂੰ ਪ੍ਰੇਮ ਦਾ ਅਮਲ ਲੱਗਾ ਹੈ, ਜਿਸ ਨੂੰ ਕਿ ਹੈ ਨਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ। ਤਾਂ ਐਸਾ ਅਮਲ, ਨਾਮ ਦਾ ਅਮਲ, ਪ੍ਰੇਮ ਦਾ ਅਮਲ, ਜੋ ਪ੍ਰੇਮ ਦੇ ਵਿੱਚ ਭਿੱਜ ਕੇ ਵੇਂਹਦੇ ਹੈ, ਪ੍ਰਤੱਖਸ਼ ਨੇਤਰ ਅਥਵਾ ਉਹਨਾਂ ਦੇ ਮਨ ਬੁੱਧੀ ਰੂਪੀ ਨੇਤਰਾਂ ਵਿੱਚ ਪ੍ਰੇਮ ਦੀ ਲਾਲੀ ਜਿਹੜੀ ਹੈ ਉਹ ਛਾ ਜਾਂਦੀ ਹੈ, ਮਸਤ ਹੋ ਜਾਂਦੇ ਹੋ। ਜਿਸ ਤਰ੍ਹਾਂ ਇਉਂ ਜਿਹੜਾ ਜੀਵ ਅਮਲ ਖਾਂਦਾ ਹੈ ਤੇ ਉਹ ਅਮਲ ਖਾ ਕੇ ਮਸਤ ਹੋ ਜਾਂਦਾ ਹੈ ਆਪਣੇ ਆਨੰਦ ਵਿੱਚ। ਇਸੇ ਤਰ੍ਹਾਂ ਜਿਨ੍ਹਾਂ ਨੂੰ ਪ੍ਰੇਮ ਦੀ ਲਾਲੀ ਚੜ੍ਹ ਗਈ ਹੈ, ਵੇਖੋ ਪ੍ਰਤੱਖਸ਼ ਅਮਲ ਐਸਾ ਹੈ ਕਿ ਅਲਪ ਸਮਾਂ ਰਹਿੰਦਾ ਹੈ ਤੇ ਫਿਰ ਸਮਾਪਤ ਹੋ ਜਾਂਦਾ। ਉਹ ਅਮਲ ਜਿਹੜਾ ਹੈ ਉਹ ਲੈ ਜਾਂਦਾ ਹੈ, ਮਸਤੀ ਸਮਾਪਤ ਹੋ ਜਾਂਦੀ ਹੈ। ਫਿਰ ਉਹ ਅਮਲੀ ਖਿਝਦਾ ਹੈ, ਲੜਦਾ ਹੈ, ਝਗੜਦਾ ਹੈ। ਪਰ ਇਹ ਜਿਹੜਾ ਸੱਚਾ ਅਮਲ ਹੈ, ਨਾਮ ਦਾ ਅਮਲ ਹੈ, ਪ੍ਰੇਮ ਦਾ ਅਮਲ ਹੈ, ਇਹ ਨਿਰੰਤਰ ਬਣਿਆ ਰਹਿੰਦਾ ਹੈ, ਹਮੇਸ਼ਾ ਲਈ ਬਣਿਆ ਰਹਿੰਦਾ ਹੈ। ਤਾਂ ਇਸ ਪ੍ਰੇਮ ਦੇ ਅਮਲ ਦੀ ਜਿਹੜੀ ਲਾਲੀ ਹੈ ਉਹਨਾਂ ਦੇ ਨੇਤਰਾਂ ਵਿੱਚ, ਕਿਹੜੇ ਮਨ ਅਤੇ ਬੁੱਧੀ ਰੂਪੀ ਨੇਤਰਾਂ ਵਿੱਚ ਇਉਂ ਛਾ ਜਾਂਦੀ। ਮਨ ਬੁੱਧੀ ਰੂਪੀ ਨੇਤਰ ਉਹਨਾਂ ਦੇ ਲਾਲ ਹੋ ਜਾਂਦੇ ਆ। ਕਿਹਨਾਂ ਦੇ? ਜਿਹੜੇ ਪ੍ਰੇਮ ਵਿੱਚ ਭਿੱਜ ਕੇ ਹਰੀ ਨੂੰ ਹੀ ਨਿਰਖਤ ਨਾਮੇ ਵੇਂਹਦੇ ਹੈ, ਸਭ ਪਾਸੇ ਹਰੀ ਹੀ ਵੇਂਹਦੇ ਹੈ ਕਿ ਸਾਰਿਆਂ ਵਿੱਚ ਉਹ ਬੈਠਾ ਹੋਇਆ, ਕਰਤਾ ਬੈਠਾ ਹੋਇਆ ਹੈ, ਉਹਦੇ ਬਿਨਾਂ ਹੋਰ ਕੋਈ ਵੀ ਨਹੀਂ। ਜਾਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਉਹ ਇੱਕ ਹੀ ਅਨੁਸੂਤ ਹੋ ਕੇ ਵਿਆਪਕ ਹੈ, ਜਿਹੜੇ ਇਸ ਤਰ੍ਹਾਂ ਵੇਂਹਦੇ ਹੈ ਪ੍ਰੇਮ ਵਿੱਚ ਭਿੱਜ ਕੇ। ਨਿਰਖਤ ਨਿਰਖਤ ਜਬ ਜਾਏ ਪਾਵਾ, ਨਿਰਖਤ ਨਿਰਖਤ ਵੇਖਦਿਆਂ ਵੇਖਦਿਆਂ ਜਬ ਜਦੋਂ ਜਾਏ ਪਾਵਾ। ਜਾਏ ਮਾਇਨੇ ਜਗ੍ਹਾ, ਕਿਹੜੀ ਜਗ੍ਹਾ? ਤੁਰੀਆ ਅਵਸਥਾ ਰੂਪੀ ਜਗ੍ਹਾ ਜਿਹੜੀ ਹੈ, ਤੁਰੀਆ ਅਵਸਥਾ ਰੂਪੀ ਜਿਹੜਾ ਸਥਾਨ ਹੈ, ਜਬ ਜਦੋਂ ਉਹਨੂੰ ਪਾਵਾ ਕਹੀਏ, ਪਾ ਲਿਆ। ਵੇਂਹਦਿਆਂ ਵੇਂਹਦਿਆਂ ਤੁਰੀਆ ਅਵਸਥਾ ਦੀ ਪ੍ਰਾਪਤੀ ਹੋ ਗਈ। ਕਿਉਂਕਿ ਜਦੋਂ ਸਾਰਿਆਂ ਦੇ ਵਿੱਚੋਂ ਉਹ ਸੱਚਾ ਦਿਸਣ ਲੱਗ ਪਵੇ ਤਾਂ ਇਹ ਤੁਰੀਆ ਅਵਸਥਾ ਹੈ। ਫਿਰ ਭੇਦ ਨਹੀਂ, ਸਾਰਿਆਂ ਵਿੱਚੋਂ ਦਿਸ ਰਿਹਾ, ਸਾਰਿਆਂ ਵਿੱਚ ਬੈਠਾ ਹੋਇਆ ਹੈ। ਤੇ ਜਿਹਨੇ ਸਾਰਿਆਂ ਵਿੱਚ ਵੇਖ ਲਿਆ ਨਾ,
ਉਹਦੇ ਝਗੜੇ ਮਿਟ ਜਾਂਦੇ। ਝਗੜੇ ਜੇ ਸਾਡੇ ਕੋਲ ਦੂਜਾ ਹੈ ਤਾਂ ਹੀ ਝਗੜਾ ਹੈ ਨਾ, ਦੂਜੇ ਤੋਂ ਬਿਨਾਂ ਝਗੜਾ ਕਾਹਦਾ? ਇਹ ਇਕੱਲੇ ਦਾ ਕੀ ਝਗੜਾ ਹੈ? ਦੂਜੇ ਕਰਕੇ ਝਗੜਾ ਹੈ। ਤਾਂ ਜਿੰਨਾ ਚਿਰ ਦਵੈਤ ਹੈ, ਇਉਂ ਕਹੀ ਜਾਂਦਾ ਹੈ ਕਿ ਇੱਕ ਮੈਂ ਵੇਖ ਲਿਆ ਸਾਰਿਆਂ ਵਿੱਚ ਉਹ ਬੈਠਾ ਹੋਇਆ ਹੈ, ਅਤੇ ਜੇ ਕਿਸੇ ਨੇ ਕੋਈ ਥੋੜ੍ਹੀ ਭੱਦੀ ਸ਼ਬਦਾਵਲੀ ਮਾਨ ਹਾਨੀ ਵਾਲੀ ਕਹਿ ਦਿੱਤੀ ਹੈ ਅਤੇ ਅੱਗ ਬਬੂਲਾ ਉੱਠਦਾ, ਉਹਦੇ ਨਾਲ ਲੜਨ ਲੱਗ ਪੈਂਦਾ। ਤਾਂ ਨਿਸ਼ਚਿਤ ਹਾਲੇ ਉਹਨੇ ਇੱਕ ਨੂੰ ਵੇਖਿਆ ਨਹੀਂ ਹੈ। ਜਿਹਨੇ ਇੱਕ ਨੂੰ ਵੇਖ ਲਿਆ ਉਹ ਤਾਂ ਸ਼ਤਰੂਆਂ ਨੂੰ ਵੀ ਜਲ ਛਕਾ ਰਹੇ ਭਾਈ ਕਨ੍ਹੱਈਆ ਜੀ। ਉਹ ਤੇ ਉਹਨਾਂ ਨੂੰ ਵੀ ਪਾਣੀ ਪਿਆ ਰਹੇ ਹੈ। ਸਿੱਖਾਂ ਦੇ ਸ਼ਿਕਾਇਤ ਕਰਨ ਤੋਂ ਗੁਰਾਂ ਬੁਲਾ ਕੇ ਪੁੱਛਿਆ ਤੇ ਭਾਈ ਕਨ੍ਹੱਈਆ ਜੀ ਕਹਿੰਦੇ, ਪਾਤਸ਼ਾਹ ਮੈਂ ਤੇ ਆਪ ਜੀ ਨੂੰ ਜਲ ਛਕਾ ਰਿਹਾ, ਆਪ ਜੀ ਜਾਚਦੇ ਹੋ ਮੈਂ ਛਕਾ ਰਿਹਾ, ਸੋ ਆਪ ਜੀ ਬਿਨਾਂ ਤੇ ਮੈਨੂੰ ਕੋਈ ਦਿਖਾਈ ਦੇ ਨਹੀਂ ਰਿਹਾ ਹੈ। ਸਤਿਗੁਰੂ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਸੋ ਏਕਤਾ ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਬਣ ਜਾਂਦੀ ਹੈ, ਉਹਨਾਂ ਵਾਸਤੇ ਫਿਰ ਸ਼ਤਰੂ ਵੀ ਮਿੱਤਰ ਹੋ ਜਾਂਦਾ ਹੈ। ਜੈਸੇ ਕਿ ਹੈ ਨਾ ਕਿ ਸਹਿਨਸ਼ੀਲ ਸੰਤੰ ਸਮ ਮਿਤ ਰਸ, ਮਿਤ ਰਸ ਦੁਰਜਨ, ਦੁਰਜਨ ਪੁਰਸ਼ ਜਾਂ ਮਿੱਤਰ ਉਹਨਾਂ ਵਾਸਤੇ ਬਰਾਬਰ ਹੀ ਹੈ। ਕੋਈ ਮਾਨ ਦੇ ਰਿਹਾ ਹੈ ਤਾਂ ਵੀ ਭਲਾ ਹੈ, ਕੋਈ ਨਿਰਾਦਰੀ ਕਰ ਰਿਹਾ, ਅਪਮਾਨ ਕਰ ਰਿਹਾ ਤਾਂ ਵੀ ਭਲਾ ਹੈ। ਸੋ ਐਸੀ ਜਿਹੜੀ ਅਵਸਥਾ ਹੈ ਇਹ ਤੁਰੀਆ ਅਵਸਥਾ ਹੈ। ਕਹਿੰਦੇ ਨਿਰਖਤ ਨਿਰਖਤ ਵੇਂਦਿਆਂ ਵੇਂਦਿਆਂ ਹਰੀ ਨੂੰ ਜਦੋਂ ਇਹ ਅਵਸਥਾ ਵਿੱਚ ਪਹੁੰਚ ਹੋ ਜਾਂਦੀ ਹੈ, ਸੁਰਤ ਇੱਥੇ ਪਹੁੰਚ ਜਾਂਦੀ ਹੈ, ਜਬ ਜਾਏ ਭਾਵਾ, ਜਦੋਂ ਜਾ ਕੇ ਜਾਏ ਮਾਇਨੇ ਜਗ੍ਹਾ ਜਿਹੜੀ ਹੈ ਤੁਰੀਆ ਅਵਸਥਾ ਵਾਲੀ, ਇਹਨੂੰ ਸੁਰਤ ਪਾ ਲੈਂਦੀ ਹੈ, ਟਿਕ ਜਾਂਦੀ ਹੈ ਇਸ ਅਵਸਥਾ ਦੇ ਵਿੱਚ ਕਿ ਹਰੀ ਬਿਨਾਂ ਕੁਝ ਦੀਦਾ ਹੀ ਨਹੀਂ ਹੈ, ਹਰੀ ਬਿਨਾਂ ਕੁਝ ਦਿਖਾਈ ਨਹੀਂ ਦੇ ਰਿਹਾ। ਰੁਸ਼ਟ ਤਾਂ ਹੈ ਹੀ ਨਹੀਂ, ਚਾਹੇ ਕੋਈ ਮੰਦਾ ਬੋਲੇ ਜਾਂ ਕੋਈ ਚੰਗਾ ਬੋਲੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਲਿਓ ਹੈ ਢਾਰ। ਤਾਂ ਜਦੋਂ ਉਹ ਅਵਸਥਾ ਵਿੱਚ ਜਿਹੜੀ ਸੁਰਤ ਹੈ ਪਹੁੰਚ ਜਾਂਦੀ ਹੈ ਤਾਂ ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਤਬ ਲੈ ਨਿਰਖ ਹੈ ਨਿਰਖ ਮਿਲਾਵਾ। ਤਦ ਨਿਰਖ ਹੈ, ਜਿਹੜਾ ਨਿਰਖਣ ਵਾਲਾ ਹੈ, ਵੇਖਣ ਵਾਲਾ ਹੈ, ਜਿਹੜਾ ਜੀਵ ਨਿਰਖਣ ਵਾਲਾ ਹੈ, ਵੇਖਣ ਵਾਲਾ ਹੈ, ਸਾਰਿਆਂ ਵਿੱਚ ਉਹਨੂੰ ਵੇਂਹਦਾ ਹੈ ਨਾ, ਤਦੋਂ ਉਸ ਨਿਰਖਣ ਵਾਲੇ ਜੀਵ ਨੂੰ ਲੈ ਕੇ ਨਿਰਖ ਮਿਲਾਵਾ, ਜਿਹੜਾ ਨਿਰਖਣ ਯੋਗ ਹੈ, ਵੇਖਣ ਯੋਗ ਬ੍ਰਹਮ ਹੈ, ਉਹ ਆਪਣੇ ਵਿੱਚ ਮਿਲਾ ਲੈਂਦਾ, ਆਪਣੇ ਵਿੱਚ ਅਭੇਦ ਕਰ ਲੈਂਦਾ। ਫਿਰ ਵੇਖਣ ਵਾਲਾ ਅਤੇ ਵਿਖਣ ਵਾਲਾ, ਦੇਖਣ ਵਾਲਾ ਅਤੇ ਦਿਸਣ ਵਾਲਾ ਦੋ ਭਿੰਨ ਭਿੰਨ ਰਹਿ ਹੀ ਨਹੀਂ ਜਾਂਦੇ। ਫਿਰ ਦੋ ਵੱਖਰੇ ਵੱਖਰੇ ਰਹਿੰਦੇ ਹੀ ਨਹੀਂ ਹੈ। ਫਿਰ ਤਾਂ ਉਹ ਨਿਰਖਣ ਵਾਲੇ ਅਤੇ ਨਿਰਖਣ ਯੋਗ, ਜਿਹੜਾ ਵੇਖਣ ਯੋਗ ਬ੍ਰਹਮ ਹੈ, ਉਹ ਇੱਕ ਮਿਕ ਹੋ ਜਾਂਦੇ ਹੈ, ਏਕਤਾ ਹੋ ਜਾਂਦੀ ਹੈ। ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਐਸੀ ਅਭੇਦਤਾ ਹੋ ਜਾਂਦੀ ਹੈ ਕਿ ਕਨਕ ਕਟਕ ਜਲ ਤਰੰਗ ਜੈਸਾ। ਸੋ ਇਹ ਜਿਹੜੇ ਨਿਸ ਦਿਨ ਨਿਰਖਤ ਜਾਈ, ਦਿਨ ਰਾਤ ਨਿਰਖਦੇ ਹੈ। ਦੋ ਜਿਹੜੀਆਂ ਕਿਤਾਬਾਂ ਪੜ੍ਹ ਲਈਆਂ ਜਾਂ ਕੋਈ ਦੋ
ਗੱਲਾਂ ਸੁਣ ਲਈਆਂ, ਸਾਰਿਆਂ ਵਿੱਚ ਇੱਕ ਹੈ, ਤਾਂ ਉਹ ਇੱਕ ਸਮੇਂ ਤਾਂ ਜੀ ਸਾਰਿਆਂ ਵਿੱਚ ਇੱਕੋ ਹੀ ਹੈ, ਤਾਂ ਦੂਜੇ ਸਮੇਂ ਜਦੋਂ ਵਿਸਰ ਗਈ ਇਹ ਗੱਲ, ਭੁੱਲ ਗਈ, ਫਿਰ ਝਗੜਾ ਵੀ ਹੈ, ਫਿਰ ਲੜਾਈ ਵੀ ਹੈ, ਫਿਰ ਵੈਰ ਵੀ ਹੈ, ਫਿਰ ਸ਼ਤਰੁਤਾ ਵੀ ਹੈ, ਫਿਰ ਮਿੱਤਰਤਾ ਵੀ ਹੈ। ਤਾਂ ਇਸ ਤਰ੍ਹਾਂ ਨਹੀਂ, ਨਿਰਖਤ ਨਿਰਖਤ ਨਿਸ ਦਿਨ ਨਿਰਖਤ ਜਾਈ, ਜਿਹੜਾ ਇਹ ਦਿਨ ਰਾਤ ਨਿਰੰਤਰ ਉਸ ਨੂੰ ਵੇਖਣ ਲੱਗ ਪੈਂਦਾ, ਹਰ ਸਮੇਂ, ਹਰ ਅਵਸਥਾ, ਹਰ ਪਰਿਸਥਿਤੀ ਦੇ ਵਿੱਚ, ਹਰ ਕਾਲ, ਦਿਨ ਜਾਂ ਰਾਤ ਨਿਰੰਤਰ ਉਹਨੂੰ ਵੇਖਣ ਲੱਗ ਪੈਂਦਾ ਹੈ ਨਾ। ਉਹਦੇ ਬਾਬਤ ਸਤਿਗੁਰੂ ਜੀ ਕਥਨ ਕਰਦੇ ਹੈ ਕਿ ਫਿਰ ਨਿਰਖਤ ਵੇਂਦਿਆਂ ਵੇਂਦਿਆਂ ਜਦ ਤੁਰੀਆ ਅਵਸਥਾ ਪਾ ਲਈਦੀ ਹੈ, ਤਾਂ ਵੇਖਣ ਵਾਲੇ ਨੂੰ ਜਿਹੜਾ ਦਿਸਣ ਵਾਲਾ ਬ੍ਰਹਮ ਹੈ ਉਹ ਆਪਣੇ ਵਿੱਚ ਮਿਲਾ ਲੈਂਦਾ ਹੈ। ਜਦ ਮਿਲ ਜਾਂਦਾ ਹੈ ਤਾਂ ਉੱਥੇ ਫਿਰ ਭੇਦ ਸਮਾਪਤ ਹੋ ਜਾਂਦਾ ਹੈ। ਪੱਪਾ ਅਪਾਰ ਪਾਰ ਨਹੀਂ ਪਾਵਾ, ਪੱਪੇ ਅੱਖਰ ਦੁਆਰਾ ਕਥਨ ਕਰਦੇ ਹੈ ਕਬੀਰ ਸਾਹਿਬ ਜੀ ਕਿ ਉਹ ਜੋ ਅਪਾਰ ਹੈ, ਅਪਾਰ ਨਾਮੇ ਪਰੇ ਹੈ, ਆ ਵਿਸ਼ੇਸ਼ ਕਰਕੇ ਪਰ ਪਰੇ ਹੈ, ਜਾਂ ਕਹੀਏ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਜਿਹੜੀ ਮਾਇਆ ਹੈ, ਪ੍ਰਕਿਰਤੀ ਹੈ, ਉਹਦੇ ਪਾਰਾਵਾਰ ਤੋਂ ਪਰੇ ਹੈ। ਪਾਰ ਨਹੀਂ ਪਾਵਾ, ਉਹ ਪਰਮੇਸ਼ਰ ਦਾ ਕਿਸੇ ਨੇ ਪਾਰਾਵਾਰ ਨਹੀਂ ਪਾਇਆ। ਉਹਦਾ ਆਦ ਤੇ ਉਹਦਾ ਅੰਤ, ਉਹਦਾ ਮੁੱਢ ਤੇ ਉਹਦੀ ਸਮਾਪਤੀ ਜਿਹੜੀ ਹੈ ਉਹ ਕਿਸੇ ਨੇ ਪਾਈ ਨਹੀਂ ਹੈ। ਕਿਉਂ? ਕਿਉਂਕਿ ਉਹਦਾ ਪਾਰਾਵਾਰ ਹੈ ਹੀ ਨਹੀਂ ਹੈ। ਕਿਤੇ ਉਹ ਆਰੰਭ ਨਹੀਂ ਹੁੰਦਾ ਤੇ ਕਿਤੇ ਜਾ ਕੇ ਉਹ ਸਮਾਪਤ ਵੀ ਨਹੀਂ ਹੁੰਦਾ। ਉਹ ਹਮੇਸ਼ਾ ਤੋਂ ਹੀ ਹੈ ਤੇ ਹਮੇਸ਼ਾ ਹੀ ਰਹਿਣ ਵਾਲਾ ਹੈ। ਉਹਦਾ ਆਦ ਅੰਤ ਹੈ ਨਹੀਂ ਹੈ। ਉਹ ਆਦ ਨਾ ਅੰਤਾ, ਸਦਾ ਬੇਅੰਤਾ, ਬੇਅੰਤ ਸਰੂਪ ਹੈ। ਤਾਂ ਅਪਰ ਪਾਰ ਨਹੀਂ ਪਾਵਾ, ਜੋ ਅਪਰ ਹੈ, ਪ੍ਰਕਿਰਤੀ ਤੇ ਪਾਰਾਵਾਰ ਤੋਂ ਪਰੇ ਹੈ, ਉਹ ਪਰਮੇਸ਼ਰ ਦਾ ਜਿਹੜਾ ਪਾਰਾਵਾਰ ਹੈ ਉਹ ਕਿਸੇ ਨੇ ਪਾਇਆ ਨਹੀਂ ਹੈ ਤੇ ਨਾ ਹੀ ਕੋਈ ਪਾ ਸਕਦਾ ਹੈ। ਪਰਮ ਜੋਤ ਸਿਓ ਪਰਚਉ ਲਾਵਾ, ਪਰਮ ਜੋਤ, ਪਰਮ ਮਾਇਨੇ ਵੱਡੀ, ਜੋਤ ਜੋ ਪ੍ਰਕਾਸ਼ ਸਰੂਪ ਹੈ, ਉਹ ਜੋ ਪਰਮ ਵੱਡਾ ਜੋਤਰਮਈ ਸਰੂਪ ਹੈ, ਪ੍ਰਕਾਸ਼ ਸਰੂਪ ਹੈ, ਉਸ ਪਰਮੇਸ਼ਰ ਦੇ ਨਾਲ ਪਰਚੋਂ ਲਾਵਾ। ਜਿਨ੍ਹਾਂ ਨੇ ਉਹਦੇ ਨਾਲ ਪਰਚੋਂ ਮੈਨੇ ਪ੍ਰੇਮ ਦੇ ਪਰਚੇ ਨੂੰ ਲਾਉਣਾ ਕੀਤਾ ਹੈ, ਜਿਨ੍ਹਾਂ ਨੇ ਉਹਦੇ ਨਾਲ ਪ੍ਰੇਮ ਲਾਉਣਾ ਕੀਤਾ ਹੈ, ਉਹਦੇ ਵਿੱਚ ਜਿਨ੍ਹਾਂ ਦਾ ਪ੍ਰੇਮ ਲੱਗ ਜਾਂਦਾ ਹੈ, ਪੰਚੋ ਇੰਦਰੀ ਨਿਗ੍ਰਹ ਕਰਈ, ਉਹ ਫਿਰ ਆਪਣੇ ਪੰਜੇ ਇੰਦਰੇ ਜਿਹੜੇ ਹੈ ਇਹਨਾਂ ਨੂੰ ਨਿਗ੍ਰਹ ਕਰੇ, ਇਹਨਾਂ ਨੂੰ ਰੋਕ ਲੈਂਦਾ ਹੈ ਵਿਸ਼ਿਆਂ ਵੱਲੋਂ। ਜਿਹੜੇ ਪੰਜੇ ਗਿਆਨ ਇੰਦਰੇ ਹੈ ਇਹ ਸਰੀਰ ਰੂਪੀ ਰੱਥ ਨੂੰ ਖਿੱਚਣ ਵਾਲੇ ਘੋੜੇ ਹੈ ਨਾ, ਤਾਂ ਵਿਸ਼ਿਆਂ ਵੱਲ ਦੌੜਦੇ ਹੈ, ਅੱਖਾਂ ਰੂਪ ਵੱਲ, ਕੰਨ ਨਾਦ ਵੱਲ, ਜੀਵਾ ਰਸ ਵੱਲ, ਚਮੜੀ ਸਪਰਸ਼ ਤੇ ਨਾਸਕਾਂ ਗੰਧੀ ਵੱਲ। ਇਹ ਜਿਹੜੇ ਵਿਸ਼ੇ ਹੈ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਵਿਸ਼ਿਆਂ ਵੱਲੋਂ ਫਿਰ ਇਹਨਾਂ ਗਿਆਨ ਇੰਦਰੀਆਂ ਨੂੰ ਨਿਗ੍ਰਹ ਕਰੇ,
ਰੋਕਣਾ ਕਰੇ, ਅਥਵਾ ਜਿਨ੍ਹਾਂ ਨੇ ਰੋਕ ਲਿਆ ਇਹਨਾਂ ਪੰਜਾਂ ਹੀ ਗਿਆਨ ਇੰਦਰੀਆਂ ਨੂੰ, ਉਹਨਾਂ ਦੇ ਵਿਸ਼ਿਆਂ ਵੱਲੋਂ ਰੋਕ ਲਿਆ। ਤੇ ਰੋਕਣਾ ਕੀ ਹੈ ਕਿ ਇਹਨਾਂ ਅੱਖਾਂ ਨੂੰ ਬੰਦ ਕਰ ਲੈਣਾ ਜਾਂ ਕੰਨਾਂ 'ਚ ਸਿੱਕਾ ਪਾ ਲੈਣਾ, ਇਉਂ ਇਹਨਾਂ ਨੂੰ ਬੰਦ ਕਰਨਾ ਰੋਕਣਾ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਐ ਰੋਕਣਾ ਕਿਵੇਂ, ਅੰਤਰ ਗੁਰ ਆਰਾਧਨਾ ਜਿਹਵਾ ਜਾਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ। ਇਹ ਰੋਕਣਾ ਹੈ। ਕੰਨਾਂ ਨਾਲ ਹੁਣ ਨਿੰਦਾ ਚੁਗਲੀ ਜਿਹੜੀ ਹੈ, ਇਹ ਰਸ ਜਿਹੜਾ ਸੀ ਇਹ ਨਹੀਂ ਸੁਣਨਾ। ਹੁਣ ਕੰਨਾਂ ਦੇ ਨਾਲ ਜੇਤਾ ਸੁਣਨਾ ਤੇਤਾ ਨਾਮ ਸੁਣਨਾ। ਅੱਖਾਂ ਬੰਦ ਨਹੀਂ ਕਰ ਲੈਣੀਆਂ ਜਾਂ ਕੰਨਾਂ 'ਚ ਸਿੱਕਾ ਨਹੀਂ ਢਾਲ ਕੇ ਪਾ ਲੈਣਾ। ਉਹਨਾਂ ਨੂੰ ਵਿਸ਼ਿਆਂ ਵੱਲੋਂ ਰੋਕਣਾ ਹੈ ਕਿ ਜਿਹੜੇ ਵਿਸ਼ੇ ਕੰਨਾਂ ਨਾਲ ਨਿੰਦਾ ਚੁਗਲੀ ਦਾ ਰਸ ਲੈਂਦਾ ਸੀ, ਉੱਧਰੋਂ ਰੋਕਣਾ। ਅੱਖਾਂ ਨਾਲ ਪਰ ਰੂਪ ਵੇਂਦਾ ਸੀ, ਉਹ ਪਰ ਰੂਪ ਜਿਹੜਾ ਹੈ ਉਹਨੂੰ ਛੱਡ ਕੇ ਆਪਣਾ ਆਪ ਵੇਖਣਾ। ਆਪਣਾ ਆਪ ਸਰੂਪ ਕੀ? ਆਤਮਾ। ਆਤਮਾ ਹੀ ਪ੍ਰਮਾਤਮਾ ਹੈ, ਉਹਨੂੰ ਸਾਰਿਆਂ ਵਿੱਚ ਵੇਖਣਾ। ਨੇਤਰੀ ਸਤਿਗੁਰ ਵੇਖਣਾ, ਉਹ ਆਤਮਾ ਜੋ ਸਤ ਸਰੂਪ ਹੈ, ਕਿਉਂਕਿ ਆਤਮਾ ਹੀ ਸਤਿਗੁਰੂ ਹੈ। ਜੋ ਆਤਮਾ ਹੈ ਨਾ, ਉਹੀ ਸਤਿਗੁਰੂ ਹੈ। ਸਤਿਗੁਰੂ ਕੋਈ ਭਿੰਨ ਭਿੰਨ ਨਹੀਂ ਹੈ। ਸਤਿਗੁਰੂ ਕੋਈ ਵੱਖਰਾ ਵੱਖਰਾ ਨਹੀਂ ਹੈ ਕਿ ਫਲਾਣੇ ਦਾ ਗੁਰੂ ਵੱਖਰਾ ਹੈ, ਫਲਾਣੇ ਦਾ ਵੱਖਰਾ ਹੈ, ਜਾਂ ਇਹ ਸਤਿਗੁਰੂ ਜੀ ਵੱਖਰੇ ਹੈ। ਜੈਸੇ 10 ਗੁਰੂ ਸਾਹਿਬਾਨ, ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੱਖਰੇ ਵੱਖਰੇ ਹੈ। ਨਹੀਂ, ਜਿੰਨੇ ਵੱਖਰਿਆਂ ਹੀ ਜਾਣਿਆ ਉਹਨੇ ਉਹ ਗੱਲ ਬੁੱਝੀ ਨਹੀਂ ਹੈ। ਏਕ ਰੂਪ ਕਿਨਹੂ ਪਹਿਚਾਨਾ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਉਹ ਜੋ 10 ਜਾਮਿਆਂ ਵਿੱਚ ਵਰਤਿਆ, ਉਹ ਜੋ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਤ ਹੈ, ਗੁਰੂ ਗ੍ਰੰਥ ਸਾਹਿਬ ਜੀ ਸਰੂਪ ਹੈ, ਉਹੀ ਉਹ ਸਭ ਦਾ ਆਤਮਾ ਹੈ, ਸਭ ਦਾ, ਸਾਰਿਆਂ ਦਾ। ਕਿ ਉਹ ਆਤਮਾ ਹੀ ਸਾਡਾ ਸਤਿਗੁਰੂ ਹੈ, ਉਹ ਆਤਮਾ ਹੀ ਸੱਚਾ ਗੁਰੂ ਹੈ। ਤਾਂ ਜਦ ਉਹ ਆਤਮਾ ਨੂੰ ਅਸੀਂ ਵੇਖਦੇ ਹਾਂ ਨਿਰੂਪਣ ਕਰਕੇ ਨੇਤਰਾਂ ਰਾਹੀਂ, ਫਿਰ ਰੂਪ ਨਹੀਂ ਨਾ ਵੇਖਣਾ, ਆਪਣੇ ਸਤਿਗੁਰੂ ਨੂੰ ਵੇਖਣਾ। ਕਿਹਨੂੰ? ਨੇਤਰੀ ਸਤਿਗੁਰ ਵੇਖਣਾ। ਕਿਹੜਾ ਸਤਿਗੁਰੂ? ਆਤਮਾ। ਸਾਰਿਆਂ ਵਿੱਚ ਉਹ ਬੈਠਾ ਹੋਇਆ। ਜਦ ਸਾਰਿਆਂ ਦੇ ਵਿੱਚ ਹੀ ਉਹ ਬੈਠਾ ਹੋਇਆ, ਸਾਰਿਆਂ ਦੇ ਵਿੱਚ ਉਹੀ ਉਹ ਪਰਿਪੂਰਨ ਵਿਆਪਕ ਵੇਖ ਲਿਆ, ਤਾਂ ਇਹੀ ਇਹਨਾਂ ਨੇਤਰਾਂ ਦਾ ਨਿਗ੍ਰਹਿ ਕਰਨਾ, ਇਸ ਇੰਦਰੀਆਂ ਦਾ ਨਿਗ੍ਰਹਿ ਕਰਨਾ, ਇਹਨਾਂ ਨੂੰ ਰੋਕਣਾ ਹੈ। ਸੋ ਇਸ ਤਰ੍ਹਾਂ ਅੰਨੇ ਇੰਦਰੇ ਵੀ ਵਿਚਾਰ ਲੈਣੇ ਕਿ ਇੰਦਰੇ ਚਾਹੇ ਉਹ ਨਾਸਿਕਾਂ ਹਨ, ਜਾਂ ਜੀਵਾ, ਜਾਂ ਚਮੜੀ, ਜਾਂ ਕੰਨ, ਜਾਂ ਅੱਖਾਂ ਹਨਗੀਆਂ, ਇਹਨਾਂ ਨੂੰ ਵਿਸ਼ਿਆਂ ਵੱਲੋਂ ਰੋਕਣ ਤੋਂ ਭਾਵ ਇਹ ਹੈ ਕਿ ਇਹਨਾਂ ਨੂੰ ਇਸ ਤਰ੍ਹਾਂ ਰੋਕਣਾ ਹੈ, ਨਾ ਕਿ ਅੱਖਾਂ 'ਤੇ ਪੱਟੀ ਬੰਨ੍ਹ ਲਈ ਅਸੀਂ ਸੰਸਾਰ ਦਾ ਜਿਹੜਾ ਰਸ ਹੈ ਉਹ ਵੇਖਣਾ ਹੀ ਨਹੀਂ ਹੈ, ਪਰ ਰੂਪ ਧੱਕਣਾ ਹੀ ਨਹੀਂ। ਕੰਨਾਂ 'ਚ ਇਉਂ ਰੂੰ ਧੱਕ ਲਿਆ ਜਾਂ ਸਿੱਕਾ ਢਾਲ ਕੇ ਪਾ ਲਿਆ। ਇਸੇ ਤਰ੍ਹਾਂ ਨਾਸਕਾਂ ਦੇ ਵਿੱਚ ਵੀ ਕੁਝ ਅਸੀਂ ਸੁਗੰਧੀ ਚਖਣੀ ਨਹੀਂ। ਇਸ ਤਰ੍ਹਾਂ ਨਹੀਂ ਇਹ ਇੰਦਰੇ ਬੰਦ ਕੀਤੇ ਜਾ ਸਕਦੇ, ਰੋਕੇ ਜਾ ਸਕਦੇ। ਇਹ ਵਿਸ਼ਿਆਂ ਵੱਲੋਂ ਇਉਂ ਨਹੀਂ ਇੰਦਰੇ ਰੋਕਦੇ, ਰੋਕਣੇ ਇਸ ਤਰ੍ਹਾਂ ਹਨਗੇ। ਪੰਚੋ ਇੰਦਰੀ ਨਿਗ੍ਰਹਿ ਕਰੇ, ਜਿਹੜਾ ਇਸ ਤਰ੍ਹਾਂ ਪੰਜਾਂ ਗਿਆਨ ਇੰਦਰੀਆਂ ਨੂੰ ਉਹਨਾਂ ਦੇ ਵਿਸ਼ਿਆਂ ਵੱਲੋਂ ਨਿਗ੍ਰਹਿ ਕਰ ਲੈਂਦਾ, ਰੋਕ ਲੈਂਦਾ, ਪਰ ਰੂਪ ਨਾ ਵੇਖ ਕੇ, ਪਰ ਰੂਪ ਦੇ ਵਿੱਚੋਂ ਉਸ ਕਰਤੇ ਨੂੰ ਵੇਂਹਦਾ ਹੈ, ਉਸ ਨਿਰੰਕਾਰ ਨੂੰ ਵੇਂਹਦਾ ਹੈ। ਜਿਹੜੇ ਨਿਗ੍ਰਹਿ ਕਰ ਲੈਂਦੇ ਆ, ਰੋਕ ਲੈਂਦੇ ਆ,
पाप पुन दो निर्वरे। वो फिर पाप ते पुण्य, मंद कर्म जिहड़े है पाप कर्म ते पुण्य कर्म, ते पुन्हां विचों भी जैसे सकाम कर्म आदि हनगे, निष्काम कर्म आदि हनगे। सो इन्हां सारे कर्मां तो वो निर्वरई, निर्वरई नामे ਰਹਿਤ हो जाते, निवृत्त हो जाते। वो फिर कर्म बंधन विच नहीं पैंदे। पाप पुण्य दोनों ही जिहड़े कर्म है ये बंधन रूप ही हनगे। बंधन चाहे वो सोने का पिंजरा है जां लोहे का, तो दोने पिंजरे है, कैद करन वाले है। पाप कर्म भी जीव नूं कैद ही करते हैं। ते मतां कोई भुलेखे विच रहे कि पुण्य कर्म उसनूं आज़ाद करते हैं, पुण्य कर्म भी कैद ही करते हैं। इस वास्ते कि है ना, कर्म धर्म पाखंड जो दीसै, तिन जम जागाती लूटै। निर्वाण कीर्तन गावो करते का, निमख सिमरत जित छूटै। पुण्य कर्म होण जां पाप कर्म होण, दोनों ही बंधन रूप ही हनगे। एक सोने का पिंजरा है, एक लोहे का पिंजरा है। पर पिंजरे विच जिहड़ा कैद है जीव, वो तो कैद ही है ना। वखरी गल है कि अपनी कैद ताई वाली जिहड़ी गल है उन्हें आदत बना ली, समझ लिया कि मैं हमेशा कैदी रहना, तो सोने के पिंजरे च हो के उन्हों माण करे जां सोने के पिंजरे की खुशी मनावे, मेरे को सोने का पिंजरा। पर है तो भोलिया तू कैद ही है ना, आज़ाद तो नहीं होया। ते पाप कर्म करन वाला जीव लोहे के पिंजरे च आज़ाद हो भी नहीं है। तो दो निर्वरई, वो दोवां नूं निवृत्त कर लेंदे हन। जिहड़े इंद्रियां नूं रोक लेंदे आ विषयां वालों, वो फिर पाप पुण्य दो निर्वरे, दोनों तो रहत हो जाते। वो सुते कार्य करते हैं, क्योंकि उन्हों की कृत विच हंगता नहीं जुड़ी हुई होंदी, जिस कारण वास उन्हों की कृत सुते सिद्ध कैसी भी होवे, उन्होंने ना पाप ते ना पुण्य दोनों ही नहीं लगते। पाप पुण्य तो रहत हो जाते हैं, क्योंकि पाप पुण्य का लगना भी हंगता कारण ही है ना। प्रति एक क्रिया, क्रिया नाल जुड़ी अहं भाव वाली दृष्टि वो कर्म बनाउंदी है। जदों क्रिया नालों अहं टुट गई है तो मात्र क्रिया रह गई है। वो क्रियमान कर्म नहीं बनणगे। क्रियमान नहीं बनणगे तो संचित किवें होणगे। संचित ही नहीं है तो परालब्ध नहीं बन सकेगी। तो ये पाप पुण्य कर्मां दे प्रति जिहड़ी हंगता है, क्रिया विच अहं भाव उन्होंने छड्ड दिता है। इस करके उन्होंने दोनों ही निवृत्त हो गए है। वो ना तो पाप कमाउंदे है ना पुण्य, सुते सिद्ध क्रिया करते हैं। वो क्रिया चाहे संसारी दृष्टि विच पाप वाली तथा पुण्य वाली होवे, पर उन्होंने दोनों ही नहीं लगते, क्योंकि पाप पुण्य सब भई कहावत। वो दोनों तो रहत पदवी नूं पा लेंदे है, निवृत्त हो जाते हैं पाप पुण्य तो। कौन? पातशाह कहते जिहड़े इंद्रियां नूं रोक लेंदे विषयां वल्लों, ते परम जोत जिहड़ी है वो प्रकाशमई जोत आत्मा, ਉਹਦੇ नाल परचों लावा, अपना प्रेम का परचा ला लेंदे है। वो फिर बंधना तो रहत पदवी जिहड़ी है वो हासिल कर लेंदे है। फफा बिन फूलह फल होई। फफे अखर द्वारा भगत कबीर साहब जी फरमाउंदे है कि बिन फूलह फल होई। एक कटहल नाम का बृक्ष हुंदा है,
ਉਹਨੂੰ ਕਟਹਲ ਜਾਂ ਕਟੈਲ ਜਾਂ ਕੰਟਕ ਵੀ ਕਹਿ ਦਿੰਦੇ ਹਨ। ਇਹ ਜਿਹੜਾ ਕਟਹਲ ਦਾ ਜਾਂ ਕਟੈਲ ਦਾ ਬ੍ਰਿਖਸ਼ ਹੁੰਦਾ ਹੈ, ਇਸ ਬ੍ਰਿਖਸ਼ ਨੂੰ ਬਿਨਾਂ ਫੁੱਲਾਂ ਤੋਂ ਟਾਹਣੀਆਂ ਵਿੱਚੋਂ ਇਹਨੂੰ ਫਲ ਲੱਗਦੇ ਆ। ਜੈਸੇ ਆਮ ਕੋਈ ਵੀ ਫਲਦਾਇਕ ਬੂਟਾ ਹੈ, ਪਹਿਲੋਂ ਫੁੱਲ ਲੱਗੇਗਾ ਫਿਰ ਉਹਨੂੰ ਫਲ ਲੱਗੇਗਾ, ਪਰ ਇਹ ਜਿਹੜਾ ਕਟੈਲ ਦਾ ਬ੍ਰਿਖਸ਼ ਹੈ, ਇਹਨੂੰ ਫੁੱਲਾਂ ਤੋਂ ਬਿਨਾਂ ਜਿਹੜੇ ਫਲ ਹੈ ਉਹ ਲੱਗ ਜਾਂਦੇ ਆ। ਤਾਂ ਕੱਚੇ ਫਲਾਂ ਦੀ ਜਿਹੜੀ ਹੈ ਉਹ ਕਈ ਤਰ੍ਹਾਂ ਨਾਲ, ਕੋਈ ਕਟਹਲ ਦੀ ਸਬਜ਼ੀ ਬਣਾਉਂਦਾ, ਕੋਈ ਚਾਰ ਪਾਉਂਦਾ ਹੈ, ਜਾਂ ਇਸ ਤਰ੍ਹਾਂ ਉਹਨੂੰ ਵਰਤੇ ਜਾਂਦੇ। ਜੇ ਪੱਕ ਜਾਵੇ ਫਲ ਤਾਂ ਉਵੇਂ ਖਾਧਾ ਜਾਂਦਾ ਹੈ। ਤਾਂ ਕਬੀਰ ਸਾਹਿਬ ਜੀ ਉਦਾਹਰਨ ਦੇ ਕੇ ਸਮਝਾਉਂਦੇ ਹੈ ਕਿ ਫੱਫਾ ਬਿਨ ਫੁੱਲੈ ਫਲ ਹੋਈ। ਫੁੱਲਾਂ ਤੋਂ ਬਿਨਾਂ ਹੀ ਜਿਹੜਾ ਕਟਹਲ ਦਾ ਬ੍ਰਿਖਸ਼ ਹੈ, ਉਹਨੂੰ ਵੇਖੋ ਫੁੱਲ ਬਿਨਾਂ ਹੀ, ਫੁੱਲ ਨਹੀਂ ਲੱਗਦੇ, ਫੁੱਲਾਂ ਤੋਂ ਬਿਨਾਂ ਫਲ ਹੋਈ, ਉਹਨੂੰ ਫਲ ਲੱਗਦੇ ਹਨ। ਇਹ ਤਾਂ ਇਸੇ ਤਰ੍ਹਾਂ ਸਾਧਨਾ ਉਪਾਸ਼ਨਾ ਰੂਪੀ ਫੁੱਲਾਂ ਤੋਂ ਬਿਨਾਂ ਹੀ ਜਦ ਸਤਿਗੁਰਾਂ ਦੀ ਸ਼ਰਨ ਵਿੱਚ ਚਲੇ ਜਾਂਦੇ ਹਾਂ, ਤਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿਹੜਾ ਗਿਆਨ ਰੂਪੀ ਫਲ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਬਿਨਾਂ ਫੁੱਲਾਂ ਤੋਂ। ਅਥਵਾ ਫੱਫਾ ਬਿਨ ਫੁੱਲਹਿ ਫਲ ਹੋਈ। ਕਬੀਰ ਸਾਹਿਬ ਜੀ ਕਥਨ ਕਰਦੇ, ਵੇਖੋ ਜਦੋਂ ਬ੍ਰਿਖਸ਼ ਨੂੰ ਕਿਸੇ ਨੂੰ ਵੀ ਪਹਿਲੋਂ ਫੁੱਲ ਲੱਗਦੇ ਹੈ ਤਾਂ ਉਹ ਬਿਨ ਫੁੱਲ ਹੈ, ਜਦੋਂ ਫੁੱਲ ਰਹਿਤ ਹੋ ਜਾਂਦਾ ਹੈ, ਜਦੋਂ ਬ੍ਰਿਖਸ਼ ਨੂੰ ਫਲ ਲੱਗਦੇ ਹੈ ਤੇ ਉਦੋਂ ਸਾਰੇ ਫੁੱਲ ਝੜ ਜਾਂਦੇ ਹੈ। ਬਿਨ ਫੁੱਲ ਹੈ, ਉਹ ਫੁੱਲਾਂ ਤੋਂ ਬਿਨਾਂ ਹੋ ਜਾਂਦਾ। ਪਹਿਲੋਂ ਫੁੱਲ ਲੱਗਦੇ ਹੈ, ਚਾਹੇ ਉਹ ਕੋਈ ਵੀ ਹੈ, ਜੈਸੇ ਅੰਬਾਂ ਦਾ ਹੀ ਆ, ਉਹਨੂੰ ਬੂਰ ਪੈਂਦਾ ਹੈ, ਜਾਮਣ ਦਾ ਉਹਨੂੰ ਵੀ ਫੁੱਲ ਲੱਗਦੇ ਹੈ, ਇਸੇ ਤਰ੍ਹਾਂ ਜੇ ਅਨਾਰ ਹੈ ਉਹਨੂੰ ਵੀ ਫੁੱਲ ਲੱਗਦੇ ਹੈ। ਤਾਂ ਇਹ ਬਿਨ ਫੁੱਲ ਹੈ, ਜਦੋਂ ਫੁੱਲਾਂ ਤੋਂ ਬਿਨਾਂ ਹੋ ਜਾਂਦਾ ਹੈ ਤੇ ਫਲ ਹੋਈ। ਜਦੋਂ ਉਹਨੂੰ ਫਲ ਲੱਗ ਜਾਂਦੇ ਹੈ ਨਾ, ਫੁੱਲ ਸਮਾਪਤ ਹੋ ਕੇ ਹੀ ਫਲ ਲੱਗਦਾ ਹੈ, ਫੁੱਲ ਦੇ ਵਿੱਚੋਂ ਫਲ ਬਣਦਾ ਹੈ, ਫੁੱਲ ਝੜ ਜਾਂਦਾ ਹੈ, ਫਲ ਰਹਿ ਜਾਂਦਾ। ਤਾਂ ਬਿਨ ਫੁੱਲੈ ਫਲ ਹੋਈ। ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਸਾਰੇ ਫੁੱਲ ਝੜ ਜਾਂਦੇ ਹੈ ਤਾਂ ਉਦੋਂ ਜਦੋਂ ਸਾਰੇ ਫੁੱਲ ਝੜ ਜਾਂਦੇ ਹੈ ਤਾਂ ਉਸ ਵੇਲੇ ਫਲ ਲੱਗਦੇ ਆ। ਇਸੇ ਤਰ੍ਹਾਂ ਜਦੋਂ ਨਿਸ਼ਕਾਮੀ ਹੋ ਕੇ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਹੋ ਜਾਂਦਾ ਹੈ ਨਾ, ਉਦੋਂ ਕਰਮ ਧਰਮ ਰੂਪੀ ਜਿੰਨੇ ਫੁੱਲ ਹੈ, ਸਕਾਮ ਕਰਮ ਆਦਿ ਕਰਕੇ ਉਹ ਜਿੰਨੇ ਵੀ ਕਰਮ ਧਰਮ ਰੂਪੀ ਫੁੱਲ ਹੈ ਨਾ ਆਪਣੇ ਆਪ ਝੜ ਜਾਂਦੇ ਹੈ। ਫਿਰ ਕੋਈ ਕਰਮ ਧਰਮ ਕਰਨ ਯੋਗ ਸ਼ੇਸ਼ ਰਹਿ ਨਹੀਂ ਜਾਂਦਾ। ਜਦੋਂ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿ ਹੈ ਨਾ ਗਿਆਨਹਿ ਕਾਰਨ ਕਰਮ ਅਭਿਆਸ। ਗਿਆਨ ਭਇਆ ਤਾਂ ਕਰਮੈ ਨਾਸ। ਕਰਮ ਕਰਨੇ ਗਿਆਨ ਪ੍ਰਾਪਤੀ ਵਾਸਤੇ ਹੈ। ਜਿਹੜੇ ਅਸੀਂ ਧਾਰਮਿਕ ਕਰਮਾਂ ਨੂੰ ਕਮਾਉਣਾ ਹੈ, ਧਰਮ ਮੂਜਬ ਧਰਮ ਦੇ ਅਨੁਸਾਰ ਹੀ ਅਸੀਂ ਧਰਮ ਦੇ ਕਰਮ ਕਰਨੇ ਹੈ, ਉਹਨਾਂ ਦਾ ਮਕਸਦ ਹੀ ਹੈ ਕਿ ਗਿਆਨ ਸਰੂਪ ਦੀ ਪ੍ਰਾਪਤੀ। ਗਿਆਨਹਿ ਕਾਰਨ ਕਰਮ ਅਭਿਆਸ। ਤਾਂ ਜਿਸ ਵੇਲੇ ਗਿਆਨ ਭਇਆ ਤਾਂ ਕਰਮੈ ਨਾਸ, ਕਰਮ ਨਾਸ ਹੋ ਜਾਂਦੇ, ਫਿਰ ਕਰਮਾਂ ਦੀ ਅਵਿਸ਼ਕਤਾ ਨਹੀਂ ਰਹਿ ਜਾਂਦੀ। ਜਾਂ ਇਸ ਤਰ੍ਹਾਂ ਵੀ ਹੈ ਕਿ ਗਿਆਨਹਿ ਕਾਰਨ ਕਰਮ ਅਭਿਆਸ। ਜਿੰਨਾ ਚਿਰ ਗਿਆਨ ਨਹੀਂ ਪ੍ਰਾਪਤ ਹੋਇਆ ਉਹਨਾਂ ਚਿਰ ਜੀਵ ਕਰਮਾਂ ਵਿੱਚ ਲੱਗਾ ਹੋਇਆ ਹੈ। ਗਿਆਨ ਭਇਆ ਤਾਂ ਕਰਮੈ ਨਾਸ। ਜਦੋਂ ਗਿਆਨ ਹੋ ਜਾਂਦਾ ਉਦੋਂ ਕਰਮਾਂ ਦੀ ਅੰਗਤਾ ਮਿਟ ਜਾਂਦੀ ਹੈ, ਇਸ ਵਾਸਤੇ ਉਹ ਕਰਮ ਨਾਸ ਹੋ ਜਾਂਦੇ, ਫਿਰ ਕਿਰੇਮਾਨ ਕਰਮ ਬਣਦੇ ਹੀ ਨਹੀਂ ਹਨਗੇ। ਤਾਂ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਬਿਨ ਫੁੱਲੈ ਫਲ ਹੋਈ।
ਜਦੋਂ ਗਿਆਨ ਰੂਪੀ ਫਲ ਮਿਲ ਜਾਂਦਾ ਹੈ, ਲੱਗ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ, ਉਦੋਂ ਜਿਹੜੇ ਫੁੱਲ ਹੈ ਕਰਮ ਧਰਮ ਰੂਪੀ ਉਹ ਸਾਰੇ ਆਪੇ ਹੀ ਝੜ ਜਾਂਦੇ ਆ। ਤਾਂ ਅੱਗੋਂ ਕਥਨ ਕਰਦੇ ਹੈ, ਤਾਂ ਫਲ ਫੰਕ ਲਖੈ ਜਾਓ ਕੋਈ। ਤਾਂ ਉਸ ਬ੍ਰਹਮ ਗਿਆਨ ਰੂਪੀ ਫਲ ਦੀਆਂ ਜਿਹੜੀਆਂ ਭੂਮਿਕਾਵਾਂ ਹਨਗੀਆਂ, ਭੂਮਿਕਾਵਾਂ ਰੂਪੀ ਫੰਕ ਮਾਇਨੇ ਫਾੜੀਆਂ ਹਨਗੀਆਂ, ਉਹਨਾਂ ਵਿੱਚੋਂ ਤਾ ਫਲ ਫੰਕ, ਉਹ ਫਲ ਗਿਆਨ ਦੇ ਫਲ ਦੀਆਂ ਫੰਕ ਫਾੜੀਆਂ ਵਿੱਚੋਂ ਲਖਿਆ ਜਾਓ ਕੋਈ। ਜੇਕਰ ਕੋਈ ਇੱਕ ਵੀ ਲੱਖ ਲਵੇ, ਜਾਣ ਲਵੇ। ਗਿਆਨ ਦੀਆਂ ਫਾੜੀਆਂ ਮਾਇਨੇ ਸ਼ਰਵਣ ਗਿਆਨ, ਮੰਨਣ ਗਿਆਨ, ਨਿਧਿਆਸਨ ਗਿਆਨ, ਤਤ ਤੋਂਗ ਦਾ ਸ਼ਸ਼ੋਧਨ ਗਿਆਨ, ਇਹ ਗਿਆਨ ਦੀਆਂ ਫਾੜੀਆਂ ਹਨਗੀਆਂ। ਤਾਂ ਜਦੋਂ ਫੰਕ ਮਾਇਨੇ ਫਾੜੀਆਂ ਨੂੰ ਲਖਿਆ ਜਾਓ ਕੋਈ, ਜੇ ਇੱਕ ਨੂੰ ਵੀ ਕੋਈ ਲੱਖ ਲਵੇ, ਭਾਵ ਗਿਆਨ ਸਰੂਪ ਨੂੰ ਪ੍ਰਾਪਤ ਕਰ ਲਵੇ, ਤਾਂ ਅੱਗੋਂ ਕਥਨ ਕਰਦੇ ਐ, ਦੂਣ ਨ ਪਰਈ ਫੰਕ ਵਿਚਾਰੈ। ਜੋ ਇਸ ਤਰ੍ਹਾਂ ਫੰਕ ਮਾਇਨੇ ਗਿਆਨ ਦੀਆਂ ਫਾੜੀਆਂ ਨੂੰ ਵਿਚਾਰ ਕੇ ਤੇ ਉਹਨਾਂ ਵਿੱਚੋਂ ਜਿਹੜਾ ਬ੍ਰਹਮ ਗਿਆਨ ਤਥਾ ਉਹਨਾਂ ਵਿੱਚੋਂ ਜਿਹੜਾ ਇਹ ਆਤਮਿਕ ਆਨੰਦ ਰੂਪੀ ਰਸ ਹੈ ਉਹਨੂੰ ਚੱਖ ਲੈਂਦਾ। ਜਿਵੇਂ ਸੰਗਤਰੇ ਦੀਆਂ ਫਾੜੀਆਂ ਹੁੰਦੀਆਂ ਤੇ ਉਹਨਾਂ ਵਿੱਚ ਰਸ ਹੁੰਦਾ ਹੈ, ਜਿਹੜਾ ਇਸ ਤਰ੍ਹਾਂ ਉਹ ਆਨੰਦ ਨੂੰ ਚੱਖ ਲੈਂਦਾ, ਉਹ ਰਸ ਰੂਪੀ ਆਨੰਦ ਨੂੰ ਮਾਣ ਲੈਂਦਾ ਹੈ, ਉਹ ਫਿਰ ਦੂਣ ਨਾ ਭਰਈ। ਦੂਣ ਮੈਨੇ ਦਵੈਤ ਵਿੱਚ ਨਹੀਂ ਪੈਂਦਾ, ਫਲਾਣਾ ਗਲਤ ਹੈ, ਫਲਾਣਾ ਸਹੀ ਹੈ, ਇਹ ਜਿਹੜੀ ਦਵੈਤ ਹੈ ਨਾ, ਇਹਦੇ ਵਿੱਚ ਨਹੀਂ ਪੈਂਦਾ। ਫਲਾਣਾ ਸਿੱਖ ਹੈ ਅਤੇ ਫਲਾਣਾ ਈਸਾਈ ਹੈ, ਫਲਾਣਾ ਪੁੰਨੀ ਹੈ ਅਤੇ ਫਲਾਣਾ ਪਾਪੀ ਹੈ, ਫਲਾਣਾ ਸਿੱਖ ਹੈ ਅਤੇ ਫਲਾਣਾ ਮੁਸਲਿਮ ਹੈ, ਉਹ ਇਹ ਜਿਹੜੀ ਦਵੈਤ ਵਿੱਚ ਨਹੀਂ ਪੈਂਦਾ। ਉਹਦੇ ਵਾਸਤੇ ਤਾਂ ਫਿਰ ਜਿਵੇਂ ਕਿਹਾ ਕਿ ਜਿਸ ਕੇ ਮਿਟ ਗਇਓ ਭਰਾਮੇ ਉਰਕਾ, ਤੇ ਸਾਗੈ ਹਿੰਦੂ ਕਿਆ ਤੁਰਕਾ। ਉਹਦੇ ਵਾਸਤੇ ਫਿਰ ਭੇਦ ਨਹੀਂ ਰਹਿ ਜਾਂਦਾ, ਬਿਲਕੁਲ ਮੂਲੋਂ ਮੁੱਢੋਂ ਭੇਦਤਾ ਸਮਾਪਤ ਹੋ ਗਈ ਹੈ। ਫੰਕ ਵਿਚਾਰ ਹੈ, ਜਿਹੜਾ ਫੰਕ ਫਾੜੀ ਨੂੰ ਵਿਚਾਰ ਲੈਂਦਾ, ਉਹ ਦੂਣ ਨਾ ਪਰੇ। ਕਿਵੇਂ ਦੂਣ 'ਚ ਪਵੇਗਾ? ਤੇ ਜੇ ਦੂਣ 'ਚ ਪਿਆ ਤਾਂ ਹਲੇ ਉਹਨੇ ਉਹ ਵਿਚਾਰ ਹੀ ਨਹੀਂ ਪ੍ਰਾਪਤ ਕੀਤੀ। ਜੇ ਦੂਜ 'ਚ ਫਸਿਆ ਹੋਇਆ ਨਾ, ਝਗੜੇ 'ਚ ਹੀ ਫਸਿਆ ਹੋਇਆ ਹੈ, ਫਲਾਣਾ ਸੰਤ ਹੈ ਤੇ ਫਲਾਣਾ ਮਨਮੁਖ ਹੈ, ਫਲਾਣਾ ਗੁਰਮੁਖ ਹੈ ਤੇ ਫਲਾਣਾ ਪਾਪੀ ਹੈ, ਇਹ ਜਿਹੜੀ ਦੂਜ ਹੈ। ਦੇਖੋ ਸੰਸਾਰ ਵਿੱਚ ਤਾਂ ਜੀਵ ਭਿੰਨ ਭਿੰਨ ਹਨ, ਗਈ ਕਰਤੇ ਨੇ ਸੰਸਾਰ ਰੰਗਾਂ ਰੰਗਾਂ ਦਾ ਰਚਿਆ ਹੈ, ਪਰ ਜੈਸੇ ਰੰਗਾਂ ਰੰਗਾਂ ਦੇ ਫੁੱਲਾਂ ਦੇ ਵਿੱਚੋਂ ਹੀ ਜਿਹੜੀ ਇਹ ਮਧੂ ਮੱਖੀ ਹੈ ਉਹ ਰਸ ਚੱਖਦੀ ਤੇ ਸ਼ਹਿਦ ਬਣਾਉਂਦੀ ਹੈ, ਤਾਂ ਉਹ ਕਿਤਨਾ ਮਿੱਠਾ ਹੁੰਦਾ ਹੈ, ਰੰਗਾਂ ਰੰਗਾਂ ਦੇ ਫੁੱਲਾਂ 'ਚੋਂ ਹੀ ਹੁੰਦਾ ਹੈ। ਇਸੇ ਤਰ੍ਹਾਂ ਇਹ ਰੰਗਾਂ ਰੰਗਾਂ ਦੀ ਕਾਇਨਾਤ ਕਰਤੇ ਨੇ ਰਚੀ ਹੈ, ਪਰ ਰਸ ਉਹਦਾ ਆਪਣਾ ਹੈ, ਨਿੱਜੀ ਸਰੂਪ ਦਾ ਰਸ ਹੈ। ਤਾਂ ਜਿਹੜੇ ਉਸ ਰਸ ਨੂੰ ਲੱਖ ਲੈਂਦੇ, ਉਹ ਸਾਰਿਆਂ ਵਿੱਚੋਂ ਹੀ ਰਸ ਨੂੰ ਪਾਉਂਦੇ ਹੈ। ਉਹਨਾਂ ਵਾਸਤੇ ਦੂਣ ਨਾ, ਦੂਜ ਰਹਿ ਹੀ ਨਹੀਂ ਗਈ, ਦੂਜਾ ਮਿਟ ਹੀ ਗਿਆ ਹੈ। ਉਹਨਾਂ ਵਾਸਤੇ ਦੂਜਾ ਹੈ ਹੀ ਨਹੀਂ। ਗੁਰ ਕਿਹਾ ਨਾ ਕਿ ਗੁਰ ਦੁਬਿਧਾ ਜਾ ਕੀ ਹੈ ਮਾਰੀ। ਸਤਿਗੁਰਾਂ ਨੇ ਕਿਰਪਾ ਕਰਕੇ ਜਿਨ੍ਹਾਂ ਦੀ ਦੁਬਿਧਾ ਮੇਟ ਦਿੱਤੀ ਹੈ, ਉਹ ਫਿਰ ਉਸ ਪਰਮ ਆਨੰਦ ਸਰੂਪ ਨੂੰ ਪਾ ਲੈਂਦੇ ਹੈ। ਮੂਲੋਂ
ਦੁਬਿਧਾ ਨੂੰ ਸਮਾਪਤ ਕਰਨਾ ਸ਼ਬਦਾਂ ਅਭਿਆਸ ਨਾਲ ਹੀ ਸੰਭਵ ਹੈ। ਭਾਵੇਂ ਕਈ ਦਫਾ ਅਵਸਥਾ ਜਦੋਂ ਉੱਪਰ ਨੂੰ ਉੱਠਣੀ ਸ਼ੁਰੂ ਹੁੰਦੀ ਹੈ, ਜੈਸੇ ਹਲੇ ਕੋਈ ਪੌੜੀ 'ਤੇ ਚੜ੍ਹ ਰਿਹਾ ਨਾ, 1-2 ਪੌੜੇ ਚੜ੍ਹਿਆ ਅਤੇ ਨੇੜਲੇ ਤਾਂ ਉਹਨੂੰ ਦਿਸਣ ਲੱਗ ਪਏ ਆ, ਹਲੇ ਦੂਰਲੇ ਉਹਨੂੰ ਦਿਸਦੇ ਨਹੀਂ। ਥੋੜ੍ਹਾ ਹੋਰ ਉੱਪਰ ਚੜ੍ਹਿਆ, ਥੋੜ੍ਹਾ ਜਦੋਂ ਸਿਰੇ 'ਤੇ ਚੜ੍ਹ ਗਿਆ ਚੁਬਾਰੇ 'ਤੇ, ਤਾਂ ਉਹ ਸਾਰਿਆਂ 'ਤੇ ਉਹਦੀ ਦ੍ਰਿਸ਼ਟੀ ਪੈ ਗਈ। ਹੁਣ ਸਾਰਿਆਂ ਨੂੰ ਵੇਖਣ ਲੱਗ ਪਿਆ ਅਤੇ ਸਾਰਿਆਂ ਨੂੰ ਇੱਕ ਰੂਪ ਵੇਖ ਰਿਹਾ। ਜਿੰਨਾ ਚਿਰ ਥੱਲੇ ਸੀ ਉਦੋਂ ਕੋਈ ਦਿਸਦਾ ਸੀ ਅਤੇ ਕੋਈ ਨਹੀਂ ਸੀ ਦਿਸਦਾ। ਸੋ ਇਸੇ ਤਰ੍ਹਾਂ ਜਦੋਂ ਅਵਸਥਾ ਨੀਵੀਂ ਹੁੰਦੀ ਹੈ, ਥੱਲੜੀ ਹੁੰਦੀ ਹੈ, ਉਦੋਂ ਕੋਈ ਮਿੱਤਰ ਅਤੇ ਕੋਈ ਸ਼ਤਰੂ ਦਿਖਾਈ ਦਿੰਦਾ। ਜਦੋਂ ਅਵਸਥਾ ਉੱਪਰ ਨੂੰ ਉੱਠਦੀ ਹੈ ਨਾ, ਤਾਂ ਸ਼ਿਖਰਾਂ ਤੱਕ ਪਹੁੰਚ ਜਾਂਦੀ ਹੈ, ਤੁਰੀਆ ਅਵਸਥਾ ਤੱਕ, ਫਿਰ ਦੂਣ ਨਾ ਪਰੇ, ਦੂਜ ਵਿੱਚ ਨਹੀਂ ਪਈਦਾ। ਫਿਰ ਦੂਜ ਹੈ ਹੀ ਨਹੀਂ। ਕਿੱਥੇ ਦੂਜ ਹੈ? ਸੂਰਜ ਵੱਖਰਾ ਹੈ ਜਾਂ ਚੰਦਰਮਾ ਵੱਖਰਾ ਹੈ? ਬ੍ਰਾਹਮਣ ਵੱਖਰਾ ਹੈ ਜਾਂ ਮੌਲਵੀ ਵੱਖਰਾ ਹੈ? ਮੰਦਰ ਵੱਖਰਾ ਹੈ ਜਾਂ ਮਸਜਿਦ ਵੱਖਰੀ ਹੈ? ਕੋਈ ਵੱਖਰਾ ਹੈ ਨਹੀਂ ਹੈ। ਮੰਦਰਾਂ ਵਿੱਚ ਵੀ ਉਹੀ ਹੀ ਹੈ। ਉਹ ਸੁਤੇ ਮੰਦਰ ਵਿੱਚ ਵੀ ਚਲੇ ਗਿਆ ਤਾਂ ਉਹਨੇ ਮੰਦਰ ਵਿੱਚ ਵੀ ਉਸੇ ਨੂੰ ਵੇਖਿਆ ਹੈ। ਤੁੱਛ ਮੱਤ ਵਾਲੇ ਜੀਵ ਝਗੜਾ ਕਰਨਗੇ, ਲੈ ਫਲਾਣਾ ਮੰਦਰ 'ਚ ਚਲਿਆ ਗਿਆ। ਜੇ ਕੋਈ ਮੁਸਲਮਾਨ ਵਿੱਚੋਂ ਮੰਦਰ 'ਚ ਚਲੇ ਜਾਏਗਾ, ਉਹ ਬਾਕੀ ਰੌਲਾ ਪਾਉਣ ਲੱਗ ਪਏ, ਝਗੜਾ ਮੰਦਰ 'ਚ ਚਲਿਆ ਗਿਆ। ਹਿੰਦੂ ਵਿੱਚੋਂ ਕੋਈ ਮਸੀਤ ਵਿੱਚ ਚਲਿਆ ਗਿਆ, ਝਗੜਾ ਪਾਉਣ ਲੱਗ ਪੈਣਗੇ, ਕਾਫਰ ਹੋ ਗਿਆ, ਮਸੀਤ ਚਲਿਆ ਗਿਆ। ਜਿਹਦੀ ਏਕਤਾ ਵਾਲੀ ਦ੍ਰਿਸ਼ਟੀ ਬਣ ਗਈ, ਉਹਦੇ ਵਾਸਤੇ ਤਾਂ ਉਹ ਸਾਰਿਆਂ ਵਿੱਚ ਹੈ। ਮੰਦਰ ਵਿੱਚ ਵੀ ਹੈ, ਮਸਜਿਦ ਵਿੱਚ ਵੀ ਹੈ, ਉਹ ਮੁਸਲਮਾਨ ਵਿੱਚ ਵੀ ਹੈ, ਉਹ ਹਿੰਦੂ ਵਿੱਚ ਵੀ ਹੈ, ਸਿੱਖ ਵਿੱਚ ਵੀ ਹੈ, ਸਾਰਿਆਂ ਵਿੱਚ ਉਹੀ ਹੋਈ ਹੈ। ਉਹਦੀ ਦੂਣ ਮਿਟ ਜਾਂਦੀ ਹੈ। ਦੂਣ ਨਾ ਪਰੀ, ਦੁਬਿਧਾ 'ਚ ਨਹੀਂ ਪੈਂਦਾ। ਜਿਹੜਾ ਫੰਕ ਵਿਚਾਰ ਹੈ, ਉਹ ਫੰਕ ਗਿਆਨ ਦੀ ਫਾੜੀ ਦੀ ਵਿਚਾਰ ਕਰ ਲੈਂਦਾ ਹੈ, ਗਿਆਨ ਨੂੰ ਵਿਚਾਰ ਲੈਂਦਾ ਹੈ। ਉਹਦੇ ਵਾਸਤੇ ਭੇਦ ਨਹੀਂ ਰਹਿ ਜਾਂਦਾ। ਜਦਿ ਅਸੀਂ ਇਹ ਗੱਲ ਦੇ ਦਾਅਵੇ ਕਰਦੇ ਹਾਂ ਕਿ ਫਲਾਣੇ ਜਿਹੜੇ ਹੈ ਉਹ ਭੇਦ ਕਰਦੇ ਹੈ ਜੀ, ਉਹ ਗਰੀਬ ਅਤੇ ਧਨਾੜ ਦਾ ਆਪਸੀ ਭੇਦ ਕਰਦੇ ਹੈ, ਫਲਾਣਾ ਜਿਹੜਾ ਹੈ ਜੀ ਉਹ ਜਾਤੀ ਵਰਗ ਦੇ ਤਲ 'ਤੇ ਭੇਦ ਕਰਦਾ। ਅਸੀਂ ਥੋੜ੍ਹੀ ਭੇਦ ਕਰਦੇ ਹਾਂ। ਸਤਿਗੁਰਾਂ ਕਿਹਾ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਅਸੀਂ ਭੇਦ ਨਹੀਂ ਕਰਦੇ ਹਾਂ ਕਿਸੇ ਨਾਲ। ਇਹ ਭੇਦ ਤੁਸੀਂ ਮੇਟ ਲਿਆ ਕਿ ਸਾਰੇ ਇੱਕੋ ਹੀ ਹੈ। ਕਦੇ ਵਿਚਾਰ ਕੇ ਵੇਖਿਓ, ਭੇਦ ਮੂਲੋਂ ਮਿਟ ਗਿਆ ਹੈ। ਤੁਹਾਡੀ ਕੋਈ ਵਸਤੂ ਪਦਾਰਥ ਦੂਜਾ ਲੈ ਲਵੇ, ਉਸੇ ਵੇਲੇ ਝਗੜਨ ਲੱਗ ਪੈਂਦੇ ਹੋ ਕਿ ਇਹ ਮੇਰੀ ਵਸਤੂ ਸੀ। ਆਪਣੇ ਹੀ ਸ਼ਰੀਕਾਂ ਭਰਾਵਾਂ ਨਾਲ ਝਗੜਾ, ਇੰਨੀ ਜ਼ਮੀਨ ਮੇਰੀ ਦੱਬ ਲਈ ਹੈ, ਇੰਨਾ ਮੇਰੀ ਜ਼ਮੀਨ ਦਾ ਮਾਲਕ ਮੈਂ ਹਾਂ। ਵੱਟ ਜਿੰਨੀ ਥਾਂ ਤੋਂ ਝਗੜਾ ਪੈ ਜਾਂਦਾ ਹੈ। ਦੁਬਿਧਾ ਮਿਟ ਗਈ ਹੈ। ਸੋ ਦੁਬਿਧਾ ਤਾਂ ਮਿਟਣੀ ਮੂਲੋਂ, ਜਿੱਥੇ ਭੇਦ ਰਿਹਾ ਹੀ ਨਹੀਂ ਹੈ, ਕੋਈ ਭੇਦ ਹੈ ਹੀ ਨਹੀਂ ਹੈ। ਇਹ ਗੁਰੂ ਹੀ ਕਿਰਪਾ ਕਰੇ ਤਾਂ ਗੁਰ ਦੁਬਿਧਾ ਜਾਂ ਕੀ ਹੈ ਮਾਰੀ। ਗੁਰੂ ਹੀ ਕਿਰਪਾ ਕਰਕੇ ਜਿਹਦੀ ਦੁਬਿਧਾ ਮਾਰ ਦੇਵੇ। ਸੋ ਦੂਣ ਨਾ ਪਰਈ ਫੰਕ ਵਿਚਾਰੈ। ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਉਹ ਫੰਕ ਗਿਆਨ ਨੂੰ ਵਿਚਾਰ ਲੈਂਦਾ, ਗਿਆਨ ਦੀ ਫਾੜੀ ਦੀ ਵਿਚਾਰ ਜਿਹਨੂੰ ਹਾਸਲ ਹੋ ਜਾਂਦੀ, ਉਹ ਫਿਰ ਨਹੀਂ ਦੂਣ ਵਿੱਚ ਪੈਂਦਾ। ਵਾਸਤੇ ਕੀ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਕਿਹਾ ਚਲੋ ਮਸੀਤੇ ਨਮਾਜ਼ ਪੜ੍ਹੀਏ। ਪਾਤਸ਼ਾਹ ਕਹਿੰਦੇ ਚਲੋ ਭਾਈ ਚੱਲਦੇ ਹਾਂ। ਸੋ ਸੁਲਤਾਨਪੁਰ 'ਚ ਰੌਲਾ ਪੈ ਗਿਆ, ਲੈ ਗੁਰੂ ਨਾਨਕ ਦੇਵ ਜੀ ਹਿੰਦੂਆਂ ਦਾ ਮੁੰਡਾ ਹੋ ਕੇ ਅਤੇ ਮੁਸਲਮਾਨਾਂ ਨਾਲ ਨਮਾਜ਼ ਪੜ੍ਹਨ ਜਾ ਰਿਹਾ ਹੈ। ਰੌਲਾ ਪੈ ਗਿਆ। ਪਰ ਸਤਿਗੁਰਾਂ ਦਾ ਤਾਂ ਭੇਦ ਹੈ ਨਹੀਂ ਨਾ, ਉਹਨਾਂ ਨੇ ਭੇਦ ਮੇਟੇ ਹੋਏ ਹੈ। ਸੋ ਜਿਨ੍ਹਾਂ ਦੇ ਅੰਦਰੋਂ ਭੇਦ ਮਿਟ ਗਏ ਹੈ ਨਾ, ਉਹ ਇੱਕ ਹੀ ਵੇਂਹਦੇ ਹੈ, ਸਾਰਿਆਂ ਦੇ ਵਿੱਚ ਇੱਕ ਨੂੰ ਵੇਂਹਦੇ ਹੈ, ਉਹਨਾਂ ਵਾਸਤੇ ਕੋਈ ਦੂਜਾ ਨਹੀਂ। ਤਾਂ ਫਲ ਫੰਕ ਸਭੈ ਤਨ ਫਾਰੈ।
ਕਬੀਰ ਸਾਹਿਬ ਜੀ ਕਥਨ ਕਰਦੇ ਹਨ, ਤਾ ਫਲ ਫੰਕ ਸਭੈ ਤਨ ਫਾਰੈ। ਤਿਸ ਬ੍ਰਹਮ ਗਿਆਨ ਰੂਪੀ ਫਲ ਦੀ ਤੁਰਿਆ ਪਦ ਰੂਪੀ ਫੰਕ ਫਾੜੀ ਕਰਕੇ ਸਾਰੇ ਤਨ ਸੂਖਮ ਕਾਰਨ ਸਥੂਲ ਸਰੀਰਾਂ ਦੇ ਗੁਮਾਨ ਨੂੰ ਉਹ ਫਾਰੈ ਨਾਮੇ ਪਾੜ ਦਿੰਦੇ ਹੈ। ਫਾੜਨਾ ਮੈਨੇ ਪਾੜਨਾ, ਕੋਈ ਵੀ ਗੁਮਾਨ ਨਹੀਂ ਰਹਿਣ ਦਿੰਦੇ, ਨਾ ਸੂਖਮ ਨਾ ਕਾਰਨ ਨਾ ਸਥੂਲ, ਕਿਸੇ ਸਰੀਰ ਦਾ ਗੁਮਾਨ ਹੈ ਹੀ ਨਹੀਂ। ਕਾਰਨ ਦੇਹ ਦਾ ਅਭਿਮਾਨੀ ਵੀ ਮਿਟ ਗਿਆ, ਸੂਖਮ ਦੇਹ ਦਾ ਅਭਿਮਾਨੀ ਜਿਹੜਾ ਸੀ ਤੈਜ ਸੋ ਵੀ ਮਿਟ ਗਿਆ, ਜਿਉਂ ਸਥੂਲ ਦੇਹ ਦਾ ਅਭਿਮਾਨੀ ਵੀ ਸਮਾਪਤ ਹੋ ਗਿਆ। ਸੋ ਕਾਰਨ ਸੂਖਮ ਅਭਿਮਾਨ ਹੰਕਾਰ, ਮੈਂ ਸਰੀਰ ਹਾਂ ਜਾਂ ਮੈਂ ਸੂਖਸ਼ਮ ਸਰੀਰ ਹਾਂ ਜਾਂ ਮੈਂ ਕਾਰਨ ਸਰੀਰ ਹਾਂ, ਇਹ ਮੈਂ ਪੁਣਾ ਮਿਟ ਗਿਆ। ਤਾਂ ਇਹਨਾਂ ਤਿੰਨਾਂ ਦਾ ਜਿਹੜਾ ਮੂਲ ਹੈ, ਆਧਾਰ ਹੈ, ਉਹਦੇ ਵਿੱਚ ਸੁਰਤ ਟਿਕ ਜਾਂਦੀ। ਅਥਵਾ ਦੂਣ ਨਾ ਭਰਈ, ਦੂਣ ਪਹਾੜਾਂ ਦੇ ਵਿਚਲੇ ਸੰਨ ਨੂੰ ਵੀ ਕਹਿੰਦੇ ਆ। ਜੈਸੇ ਦੋ ਪਹਾੜ ਹੋਣ ਤੇ ਪਹਾੜਾਂ ਦੇ ਵਿਚਲਾ ਜਿਹੜਾ ਸਥਾਨ ਹੁੰਦਾ ਨਾ, ਪੱਧਰਾ ਸਾਫ ਜਗ੍ਹਾ ਜਿਹੜੀ ਹੁੰਦੀ ਉਹਨੂੰ ਦੂਣ ਕਹਿ ਦਿੰਦੇ। ਜਿਵੇਂ ਆਨੰਦਪੁਰ ਸਾਹਿਬ ਦਾ ਇਲਾਕਾ, ਇਸ ਨੂੰ ਕਹਿਲੂਰ ਦੀ ਦੂਣ ਕਹਿੰਦੇ ਹਨਗੇ। ਕਿਉਂ ਇਹ 22 ਧਾਰਾਂ ਦੇ ਰਾਜੇ ਸੀ। ਇਹ ਵੱਖਰੀਆਂ ਵੱਖਰੀਆਂ ਦੂਨਾਂ, ਕਹਿਲੂਰੀਆ, ਹੰਡੂਰੀਆ, ਬਿਜੜਵਾਲੀਆ, ਇਹ ਸਾਰੀਆਂ ਦੂਣਾਂ ਹਨਗੀਆਂ। ਸੋ ਦੂਣ ਪਹਾੜਾਂ ਦੀ ਸੰਧ ਵਾਲੇ ਇਲਾਕੇ ਨੂੰ ਵੀ ਦੂਣ ਕਹਿ ਦਿੱਤਾ ਜਾਂਦਾ ਹੈ। ਤਾਂ ਕਬੀਰ ਸਾਹਿਬ ਜੀ ਕਹਿੰਦੇ, ਦੂਣ ਨਾ ਭਰਈ ਫੰਕ ਵਿਚਾਰੈ। ਜਿਹੜਾ ਫੰਕ ਮੈਨੇ ਗਿਆਨ ਦੀ ਫਾੜੀ ਦੀ ਵਿਚਾਰ ਕਰ ਲੈਂਦਾ ਹੈ, ਉਹ ਦੂਣ ਕੀ ਹੈ? ਦੂਣ ਹੈ ਦੋ ਪਹਾੜੀਆਂ ਦੇ ਸੰਨ ਵਾਲਾ ਇਲਾਕਾ। ਪਹਾੜੀਆਂ ਕਿਹੜੀਆਂ ਹਨਗੀਆਂ? ਇੱਕ ਜੰਮਣ ਹੈ ਤੇ ਇੱਕ ਮਰਨ ਹੈ। ਤਾਂ ਜੰਮਣ ਤੇ ਮਰਨ ਦੇ ਸੰਨ ਵਾਲਾ ਸਥਾਨ ਕਿਹੜਾ? 84 ਲੱਖ ਜੂਨੀਆਂ। ਤਾਂ ਫਿਰ 84 ਲੱਖ ਜੂਨੀਆਂ ਰੂਪੀ ਜਿਹੜਾ ਇਹ ਦੂਣ ਹੈ, ਇਹਦੇ ਵਿੱਚ ਉਹ ਨਹੀਂ ਪੈਂਦੇ। ਜਿਹੜੇ ਫੰਕ ਗਿਆਨ ਦੀ ਫਾੜੀ ਦੀ ਵਿਚਾਰ ਕਰ ਲੈਂਦੇ ਹਨਗੇ, ਉਹ ਫਿਰ ਜੰਮਣ ਮਰਨ ਦੇ ਵਿੱਚ ਨਹੀਂ ਪਾਉਂਦੇ। ਜੰਮਣ ਮਰਨ ਤੋਂ ਰਹਿਤ ਪਦਵੀ ਜਿਹੜੀ ਹੈ ਉਸ ਨੂੰ ਹਾਸਲ ਕਰ ਲੈਂਦੇ ਆ, ਜਿਸ ਨੂੰ ਕਿਹਾ ਕਿ ਜਨਮ ਮਰਨ ਦੋ ਨਿਰਵਰਈ, ਦੋਵੇਂ ਨਿਵਰਤ ਹੋ ਗਏ ਉਹਨਾਂ ਦੇ। ਐਸੇ ਕਿਹਾ ਹੈ ਜਨਮ ਤੇ ਮਰਨ ਦੋਨਾਂ ਤੋਂ ਰਹਿਤ ਪਦਵੀ ਅਵਸਥਾ ਨੂੰ ਆਪਾਂ ਜਨਮ ਮਰਨ ਦੋਹੂ ਮੈਂ ਨਾਹੀ, ਦੋਵਾਂ ਤੋਂ ਰਹਿਤ ਹੋ ਜਾਂਦੇ ਆ। ਉਹਨਾਂ ਦਾ ਜੰਮਣ ਤੇ ਮਰਨ ਸਮਾਪ। ਸਭ ਤੋਂ ਵੱਡਾ ਦੁੱਖ ਜੰਮਣ ਤੇ ਮਰਨ ਹੈ। ਜੰਮਣ ਮਰਨ ਵੱਡਾ ਵਿਛੋੜਾ। ਪਰ ਇਹ ਜਿੰਨਾ ਚਿਰ ਗਿਆਨ ਰੂਪੀ ਫੰਕ ਜਿਹੜੀ ਹੈ ਫਾੜੀ ਸਾਨੂੰ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਇਹ ਨਹੀਂ ਮਿਟੇਗਾ। ਪਰ ਕਿੱਥੋਂ ਪ੍ਰਾਪਤ ਹੋਵੇਗੀ? ਗੁਰੂ ਕੋਲੋਂ। ਕਿਉਂਕਿ ਗੁਰ ਬਿਨ ਗਿਆਨ ਨਾ ਹੋਏ। ਸੱਚੇ ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ। ਕਿਉਂਕਿ ਗਿਆਨ ਕਾ ਬੱਧਾ ਮਨ ਰਹਿ, ਇਹ ਮਨ ਗਿਆਨ ਦੇ ਪਿੰਜਰੇ ਵਿੱਚ ਹੀ ਕੈਦ ਰਹਿ ਸਕਦਾ। ਦੂਜੀ ਕੋਈ ਐਸੀ ਉਪਚਾਰ ਜਾਂ ਯਤਨ ਨਹੀਂ ਕਿ ਅਸੀਂ ਮਨ ਨੂੰ ਕਾਬੂ ਕਰ ਸਕੀਏ। ਬੜਾ ਚੰਚਲ ਹੈ, ਨਟਖਟ ਹੈ। ਇਹ ਖਿਨ ਕਾਲ ਦੇ ਵਿੱਚ ਹੀ ਇਹ 4 ਕੁੰਟ ਫਿਰ ਆਵੈ। ਇੰਨਾ ਚੰਚਲ ਹੈ ਮਨ ਸਾਡਾ। ਕਬਹੂ ਜੀੜਾ ਊਬ ਚੜ੍ਹਤੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤੈ, ਚਾਰੇ ਕੁੰਡਾਂ ਭਾਲੇ। ਇਹਨੂੰ ਟਿਕਾਉਣ ਦੀ ਇੱਕੋ ਹੀ ਇੱਕ ਜੁਗਤੀ ਹੈ, ਉਹ ਹੈ ਪਿੰਜਰਾ। ਪਿੰਜਰਾ ਕੋਈ ਲੋਹੇ ਦਾ ਨਹੀਂ ਜਿਹਦੇ ਵਿੱਚ ਅਸੀਂ ਮਨ ਨੂੰ ਪਾ ਲਵਾਂਗੇ, ਜਾਂ ਕੋਈ ਪਿੰਜਰਾ ਐਸਾ ਨਹੀਂ ਜਿਹਦੇ ਵਿੱਚ ਅਸੀਂ ਇਸ ਨੂੰ ਫੜ ਕੇ ਰੱਖ ਲਾਂਗੇ। ਉਹ ਪਿੰਜਰਾ ਹੈ ਗਿਆਨ ਦਾ, ਜਿਹਦੇ ਵਿੱਚ ਇਹਨੂੰ ਟਿਕਾਇਆ ਜਾ ਸਕਦਾ। ਅਤੇ ਉਹ ਗਿਆਨ ਕੋਈ ਇਹ ਸੰਸਾਰੀ ਪਦਾਰਥਾਂ ਦਾ ਨਹੀਂ ਜਿਹਦੇ ਵਿੱਚ ਇਹਨੂੰ ਅਸੀਂ ਟਿਕਾ ਸਕਦੇ ਹਾਂ। ਉਹ ਗਿਆਨ ਆਤਮਾ ਦਾ ਹੈ। ਅਤੇ ਉਹ ਆਤਮਾ ਦਾ ਗਿਆਨ ਕਿੱਥੋਂ ਹਾਸਲ ਹੁੰਦਾ ਹੈ? ਗੁਰ ਬਿਨ ਗਿਆਨ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ। ਇਹ ਗਿਆਨ ਦੇ ਪਿੰਜਰੇ ਵਿੱਚ ਹੀ ਬੱਝਾ ਰਹਿ ਸਕਦਾ ਹੈ। ਉਹ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਅਤੇ ਜੋ ਫੰਕ ਵਿਚਾਰ ਹੈ ਉਹ ਗੁਰੂ ਕੋਲੋਂ
ਜਿਹੜਾ ਗਿਆਨ ਦੀ ਫੰਕ ਫਾੜੀ ਦੀ ਵਿਚਾਰ ਕਰ ਲੈਂਦਾ ਹੈ, ਉਹਦੀਆਂ ਸਾਰੀਆਂ ਦੁਬਿਧਾਵਾਂ ਮਿਟ ਜਾਂਦੀਆਂ, ਅੰਤःਕਰਨ ਟਿਕ ਜਾਂਦਾ ਹੈ, ਇਹ ਸਥਿਤ ਹੋ ਜਾਂਦਾ, ਜਿਸ ਕਰਕੇ ਫਿਰ ਉਹ ਸਭੈ ਤਨ ਫਾਰੈ, ਸਾਰੇ ਤਨ ਸਥੂਲ ਦੇਹ ਦਾ ਅਭਿਮਾਨ ਵੀ ਪਾੜ ਕੇ ਸੁੱਟ ਦਿੰਦਾ। ਸਥੂਲ ਮੈਂ ਨਹੀਂ ਹਾਂ, ਸਰੀਰ ਮੈਂ ਨਹੀਂ ਹਾਂ, ਸਰੀਰ ਮੇਰਾ ਨਹੀਂ, ਮੈਂ ਇਹਦਾ ਸਾਖੀ ਹਾਂ। ਕਾਰਨ ਸਰੀਰ ਮੈਂ ਨਹੀਂ ਹਾਂ, ਕਾਰਨ ਸਰੀਰ ਮੇਰਾ ਵੀ ਨਹੀਂ ਹੈ। ਕਾਰਨ ਸਰੀਰ ਮੈਂ ਨਹੀਂ ਹਾਂ, ਕਾਰਨ ਸਰੀਰ ਮੈਂ ਤੇ ਮੇਰਾ ਐਸੇ ਜੀ ਫਸੇ ਹਨ। ਇਹ ਘਰ ਮੇਰਾ ਹੈ, ਮੈਂ ਇਹਦਾ ਮਾਲਕ ਹਾਂ। ਇਹ ਮੈਂ ਮੇਰੀ 'ਚ ਹੀ ਸਾਰਾ ਸੰਸਾਰ ਫਸਿਆ। ਮੈਂ ਮੇਰੀ ਕਰਤੇ ਜਨਮ ਗਇਓ, ਮੈਂ ਕਰਦਿਆਂ ਹੀ ਖਤਮ ਹੋ ਰਹੀ ਸਾਰੀ ਕਹਾਣੀ। ਤਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਭੈ ਤਨ ਫਾਰੈ, ਸਾਰੇ ਤਨ ਦੀ ਮੈਂ ਤੇ ਮੇਰੀ, ਮੈਂ ਸਥੂਲ ਦੇਹ ਹਾਂ, ਇਹ ਅਹੰਕਾਰ ਹੈ, ਤੇ ਸਥੂਲ ਸਰੀਰ ਮੇਰਾ ਹੈ। ਅਈਓ ਅਸੀਂ ਮਨ ਵਿੱਚ ਸਾਡੇ ਹੀ ਹੋ ਨਾ, ਸਥੂਲ ਸਰੀਰ ਮੇਰਾ ਹੈ, ਤੂੰ ਮੇਰੇ ਕਿਉਂ ਸੱਟ ਲਾਈ, ਜਾਂ ਤੂੰ ਮੇਰੇ ਨਾਲ ਕਿਉਂ, ਮੇਰੇ ਤੇ ਕਿਉਂ ਤੂੰ ਚਪੇੜ ਮਾਰੀ, ਮੇਰੇ ਮਨ ਕਿਸ ਤਰ੍ਹਾਂ ਮੇਰੇ ਸਰੀਰ ਨੂੰ ਮੈਂ ਸਮਝਦਾ ਹੈ, ਇਹ ਮੇਰਾ ਹੈ, ਤੇ ਸਰੀਰ ਨੂੰ ਮੈਂ ਵੀ ਸਮਝਦਾ ਤੇ ਮੇਰਾ ਵੀ ਸਮਝਦਾ। ਇਹ ਮੈਂ ਮੇਰੀ ਤੋਂ ਪਰੇ ਹਟਣਾ ਹੈ। ਸਰੀਰ ਮੈਂ ਨਹੀਂ ਹਾਂ, ਸਰੀਰ ਮੇਰਾ ਨਹੀਂ ਹੈ। ਹਾਂ, ਮੈਂ ਇਹਦਾ ਸਾਖੀ ਹਾਂ, ਉਹ ਆਤਮਾ ਸਰੂਪ। ਸਥੂਲ ਸਰੀਰ ਤੋਂ ਮੈਂ ਚੁੱਕੀ ਗਈ, ਫਿਰ ਕਾਰਨ ਸਰੀਰ ਵੀ ਮੈਂ, ਸੂਖਸ਼ਮ ਸਰੀਰ ਵੀ ਮੈਂ ਨਹੀਂ ਹਾਂ, ਤੇ ਸੂਖਸ਼ਮ ਸਰੀਰ ਵੀ ਮੇਰਾ ਨਹੀਂ ਹੈ। ਹਾਂ, ਮੈਂ ਇਹਦਾ ਸਾਖੀ ਹਾਂ, ਆਤਮਾ ਸਰੂਪ। ਇਸੇ ਤਰ੍ਹਾਂ ਕਾਰਨ ਸਰੀਰ ਆ ਗਿਆ, ਕਾਰਨ ਸਰੀਰ ਮੈਂ ਨਹੀਂ ਹਾਂ, ਕਾਰਨ ਸਰੀਰ ਮੇਰਾ ਨਹੀਂ ਹੈ। ਹਾਂ, ਮੈਂ ਇਹਨਾਂ ਦਾ ਸਾਖੀ ਹਾਂ। ਤਾਂ ਫਿਰ ਚੌਥੇ ਦਰ 'ਤੇ ਕੀ ਆਵੇਗਾ? ਉਹ ਸ਼ੁੱਧ ਪਰਮ ਸਰੂਪ ਆਤਮਾ, ਜੋ ਮੇਰਾ ਵਾਸਤਵਿਕ ਸਰੂਪ ਹੈ, ਉਹਦਾ ਬੋਧ ਫੰਕ ਵਿਚਾਰਾ ਹੋਵੇਗਾ। ਗਿਆਨ ਦੀ ਫੰਕ ਫਾੜੀ ਦੁਆਰਾ, ਜਿਹੜੀ ਗਿਆਨ ਦੀ ਫਾੜੀ ਨਾ, ਸਰਵਣ ਗਿਆਨ, ਮੰਨਣ ਗਿਆਨ, ਨਿਧਿਆਸਣ ਗਿਆਨ, ਤਤ ਤੋਂਗ ਦਾ ਸ਼ਸ਼ੋਧਨ ਗਿਆਨ। ਜਦ ਅਸੀਂ ਇਹ ਗਿਆਨ ਦੀ ਵਿਚਾਰ ਕਰਾਂਗੇ, ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨੂੰ ਅਸੀਂ ਸ਼ਰਵਣ ਕਰਾਂਗੇ। ਸ਼ਰਵਣ ਮਾਇਨੇ ਬਹਿ ਕੇ ਕੰਨ ਨਾਲ ਸੁਣ ਲਿਆ ਤੇ ਉੱਠ ਕੇ ਚਲੇ ਗਏ ਨਹੀਂ। ਸ਼ਰਧਾ ਤੇ ਵਿਸ਼ਵਾਸ, ਦ੍ਰਿੜ ਵਿਸ਼ਵਾਸ ਤੇ ਸ਼ਰਧਾ ਪੂਰਵਕ ਸ਼ਰਵਣ ਗਿਆਨ ਹਾਸਲ ਕਰੀਦਾ ਹੈ। ਫਿਰ ਮੰਨਣ ਗਿਆਨ ਹੈ, ਫਿਰ ਨਿਧਿਆਸਣ ਗਿਆਨ ਹੈ, ਫਿਰ ਤਤ ਤੋਂਗ ਦਾ ਸ਼ਸ਼ੋਧਨ ਗਿਆਨ ਹੈ। ਇਸ ਤਰ੍ਹਾਂ ਜਿਹੜਾ ਇਹ ਚਾਰੋਂ ਫਾੜੀਆਂ ਦੀ ਵਿਚਾਰ ਕਰਕੇ ਗਿਆਨ ਨੂੰ ਹਾਸਲ ਕਰ ਲੈਂਦਾ ਹੈ, ਉਹ ਫਿਰ ਸਭੈ ਤਨ ਫਾੜੈ, ਸਾਰੇ ਤਨ ਸਰੀਰਾਂ ਦਾ ਅਭਿਮਾਨ ਪਾੜ ਕੇ ਸੁੱਟ ਦਿੰਦਾ। ਕਿਉਂਕਿ ਉਹਨੇ ਜਿਹੜਾ ਹੈ ਫਲ, ਗਿਆਨ ਸਰੂਪ ਫਲ ਦੀ ਵਿਚਾਰ ਕਰਕੇ ਉਹ ਆਤਮਿਕ ਜਿਹੜਾ ਰਸ ਹੈ, ਆਨੰਦ ਹੈ, ਉਹਨੂੰ ਚੱਖ ਲਿਆ। ਜਿਵੇਂ ਸੰਤਰਾ ਪਾੜ ਕੇ ਤੇ ਫਾੜੀ ਦੇ ਵਿਚਲਾ ਰਸ ਜਿਹੜਾ ਉਹ ਮਾਣ ਲਈਦਾ, ਇਸੇ ਤਰ੍ਹਾਂ ਉਹਨੇ ਉਹ ਫਲ ਪਾੜ ਕੇ ਜਿਹੜਾ ਬ੍ਰਹਮਾਨੰਦ ਰੂਪੀ ਰਸ ਉਹਨੂੰ ਮਾਣ ਲਿਆ। ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਆ, ਆਉਣ ਜਾਣ ਤੋਂ ਰਹਿਤ ਪਦਵੀ ਜਿਹੜੀ ਹੈ ਹਾਸਲ ਕਰ ਲੈਂਦੇ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਨ। ਤੋ ਸ਼ੁਭਦੀ ਦਾਸ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਦੂਣ ਨ ਪਰਈ ਫੰਕ ਵਿਚਾਰੈ, ਤਾ ਫਲ ਫੰਕ ਸਭੈ ਤਨ ਫਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।